कोई भी सन यूहन्ना दी अंजील ओदा 14 पाठ होगी एक आयत ਨੂੰ ਪੜ੍ਹੋ। यूहन्ना दी अंजील ओदा 14 पाठ होगी एक आयत। ਤੁਹਾਡਾ ਦਿਲ ਨਾ ਘਬਰਾਵੇ, ਖੁਦਾ ਉੱਤੇ ਨਿਹਚਾ ਕਰੋ ਔਰ ਮੇਰੇ ਉੱਤੇ ਵੀ ਨਿਹਚਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। दुआ कर। प्रभु यीशु मसीह तेरा धन्नवाद, अज फिर एक बार तू सानू समा दिता कि तेरे वचन नाल संगत की जाए। असी वचन विचों पढ़िया है प्रभु, तू आप अपने लोगों नू हदायत दी है कि तुहाडा दिल ना घबरावे, तुसी खुदा उत्ते निहचा करो और मेरे उत्ते भी निहचा करो। तो प्रभु सेम अज असी अपने जीवनों के विच इस वचन नू लागू कर सकें। भैणों उत्ते, भरावां उत्ते, बच्चों उत्ते अनुग्रह कर। बेनती नू सुन यीशु मसीह दे नाम च। बैठ सकते हो। प्रभु यीशु मसीह के नाम में सारिਆਂ ਨੂੰ जय मसीह की। खुश हो? हालेलुया। तो पिछली इतवार एक जबूर गाया जा रहा सीगा, ना हो घोड़ियां खचरा वांगर तू ते कुछ भी नहीं है। अच्छा, उन्हां नूं किद्दां काबू किया जाता है? की साज है उन्हां दा? लगाम ते वाग। हमें वाग की करती है? वाग ना की किया जाता है? कौन दसेगा? हाँ जी, कोई होर? वाग 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 नाल की किया जाता वा? ठीक है, वाग नाल जिधर नूं चाहे उन्हों मोड़िया जाता है। अमीं। ते दूसरी की है? लगाम नाल की किया जाता है? मूँह बंद। लगाम उहदे मूँह विच पाई जाती। ते दाऊद ने की लै ली अपने मूँह दे विच? लगाम। घोड़ा ये पशु है, ते शरीर की है साडा एक पशु दे समान। ते दाऊद ने 39 नंबर जबूर के मुताबिक लगाम अपने मुँह दे विच लै ली तां जो ना बोल पाए। आओ खुदा दे बचन वाल असी अज फिर एक विषय नूं लैके अगे वधदे हां। अज दा विषा कई चीज़ां नूं लैके आवेगा कि जिवें निहचा जां प्रतीत। निहचा प्रतीत इको ही गल आ। प्रतीत करनी, निहचा करनी, विश्वास करना और इहदे नाल चंगियाई दे लई, चंगियाई दे लई। और मैं इसनूं अज एक थोड़ा जिहा विषा देवांगा कि चंगियाई पाउण दे लई मैं की करा। चंगियाई पाउण दे लई मैं की करा। हालेलुया। असी इस यूहन्ना दी अंजील दे 14 पाठ विच जिक्र किया। यीशु मसीह ने आख्या है, तुहाडा दिल ना घबरावे, खुदा उत्ते ते खुदा उत्ते निहचा करो ते मेरे उत्ते भी यीशु मसीह कहंदा निहचा करो। समझाया कुछ? कल तो खुदा मेरे मन दे विच पा रहा सी ताकि मैं नहीं जान रहा सीगा कि अज मैं की लैके आउणा है। भावें कि साडे कोल कई सीरीज चल रही ने जिन्हां नूं अजे रोकिया गया तो समय समय सिर असी अगे वधदे हां।
ਔਰ ਅੱਜ ਉਸ ਪ੍ਰਤੀਤ ਦੇ ਉੱਤੇ, ਉਸ ਨਿਹਚਾ ਦੇ ਉੱਤੇ ਥੋੜਾ ਵਿਚਾਰ ਕਰਾਂਗੇ, ਕਿਉਂਕਿ ਬਿਨਾਂ ਵਿਸ਼ਵਾਸ ਤੋਂ ਚੰਗਿਆਈ ਨਹੀਂ ਹੈ, ਬਿਨਾਂ ਪ੍ਰਤੀਤ ਕਰਨ ਤੋਂ ਛੁਟਕਾਰਾ ਨਹੀਂ ਹੈ। ਇੱਕ ਟੀਚਿੰਗ ਸਬਜੈਕਟ ਦੇ ਦੁਆਰਾ ਅੱਜ ਅਸੀਂ ਦੇਖਣਾ ਮੰਗਦੇ ਹਾਂ ਔਰ ਦੇਖਣ ਦੀ ਕੋਸ਼ਿਸ਼ ਕਰਾਂਗੇ। ਥੋੜਾ ਆਪਣੇ ਆਪ ਨੂੰ ਹਿਲਾ ਕੇ ਰੱਖਿਓ ਤਾਂ ਕਿ ਟੀਚਿੰਗ ਸਬਜੈਕਟ ਦੇ ਵਿੱਚ ਥੋੜੀ ਸੁਸਤੀ ਵੀ ਆ ਜਾਂਦੀ ਹੈ। ਪ੍ਰੀਚਿੰਗ ਵਿੱਚ ਤੇ ਟੀਚਿੰਗ ਦੇ ਵਿੱਚ ਥੋੜਾ ਅੰਤਰ ਹੁੰਦਾ ਹੈ, ਫਰਕ ਹੁੰਦਾ ਹੈ। ਆਓ ਚੱਲੀਏ ਅਸੀਂ ਮਰਕੁਸ 6 ਉਹਦੀ 1 ਤੋਂ 6 ਜਿਹਨੂੰ ਵੀ ਮਿਲੇ ਤੁਸੀਂ ਇਸ ਹਵਾਲੇ ਨੂੰ ਪੜ੍ਹਿਓ। ਫਿਰ ਉਹ ਉੱਥੋਂ ਤੁਰ ਕੇ ਆਪਣੇ ਦੇਸ਼ ਵਿੱਚ ਆਇਆ ਔਰ ਉਹਦੇ ਚੇਲੇ ਉਹਦੇ ਪਿੱਛੇ ਹੋ ਤੁਰੇ। ਜਦ ਸਬਤ ਦਾ ਦਿਨ ਹੋਇਆ ਤਾਂ ਉਹ ਸਮਾਜ ਵਿੱਚ ਉਪਦੇਸ਼ ਦੇਣ ਲੱਗਾ ਔਰ ਬਹੁਤੇ ਸੁਣ ਕੇ ਹੈਰਾਨ ਹੋਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ਅਤੇ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ। ਇੱਕ ਤੇ ਉਹਦੇ ਕੋਲੋਂ ਗਿਆਨ ਸੀ ਜਿਹੜਾ ਯਿਸੂ ਮਸੀਹ ਗਿਆਨ ਫੈਲਾ ਰਿਹਾ ਸੀ। ਜਦੋਂ ਆਪਣੇ ਦੇਸ਼ ਵਿੱਚ, ਦੇਸ਼ ਤਾਂ ਇਜ਼ਰਾਈਲ ਹੀ ਸੀਗਾ ਦਰਅਸਲ, ਆਪਣੇ ਦੇਸ਼ ਮਤਲਬ ਆਪਣੇ ਸ਼ਹਿਰ ਵਿੱਚ, ਆਪਣੇ ਕਸਬੇ ਵਿੱਚ ਆਏ। ਜਦ ਜਿਵੇਂ ਕਿ ਮੈਂ ਲੁਧਿਆਣਾ ਡਿਸਟ੍ਰਿਕਟ ਮੇਰਾ ਨਹੀਂ ਸੀ, ਮੇਰਾ ਡਿਸਟ੍ਰਿਕਟ ਗੁਰਦਾਸਪੁਰ ਡਿਸਟ੍ਰਿਕਟ ਸੀਗਾ ਔਰ ਮੈਂ ਉੱਧਰ ਚਲਾ ਗਿਆ ਤੇ ਮੈਂ ਉਹ ਛੱਡ ਕੇ ਤੇ ਆਪਣੇ ਫਿਰ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਇਆ। ਇਸੇ ਪ੍ਰਕਾਰ ਯਿਸੂ ਮਸੀਹ ਆਪਣੇ ਸ਼ਹਿਰ, ਆਪਣੇ ਇਲਾਕੇ ਵਿੱਚ ਆਏ। ਪੜ੍ਹੀਏ ਅੱਗੇ ਤੇ ਲੋਕ ਥੋੜੇ ਹੈਰਾਨ ਹੋਏ ਉਹਦੇ ਤੋਂ। ਜੀ ਪੜ੍ਹੀਏ। ਔਰ ਇਹੋ ਜਿਹੀਆਂ ਕਰਾਮਾਤਾਂ ਜੋ ਉਹਦੇ ਹੱਥੋਂ ਹੁੰਦੀਆਂ ਹਨ ਕੀ ਹਨ? ਲੋਕ ਵਿਚਾਰ ਕਰਨ ਲੱਗੇ ਗਿਆਨ ਕਿੱਥੋਂ ਆ ਗਿਆ, ਇਹਨੂੰ ਗਿਆਨ ਕਿੱਥੋਂ ਆ, ਇਹ ਜਿਹੜੀਆਂ ਕਰਾਮਾਤਾਂ ਕਰਦਾ ਵਾ ਇਹ ਕੀ ਹਨ, ਕਿੱਦਾਂ ਕਰਦਾ ਵਾ, ਕੀ ਹੈ? ਹਾਂਜੀ। ਭਲਾ ਇਹ ਤਰਖਾਨ ਨਹੀਂ? ਇਹ ਤਰਖਾਨ ਨਹੀਂ, ਮਰੀਮ ਦਾ ਪੁੱਤਰ, ਮਰੀਮ ਦਾ ਪੁੱਤਰ, ਅਤੇ ਯਾਕੂਬ ਔਰ ਯੋਸੇਸ ਔਰ ਯਹੂਦਾ ਔਰ ਸ਼ਮਾਉਨ ਦਾ ਭਰਾ। ਸੋ ਇਹਨਾਂ ਦੇ ਨਾਮ ਕਿਹਨ ਦਿੱਤੇ ਵੀ ਇਹਨਾਂ ਦਾ ਭਰਾ ਨਹੀਂ ਹੈ। ਔਰ ਉਹਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ। ਇਹਦੇ ਮਾਂ ਨੂੰ ਜਾਣਦੇ ਆ, ਇਹਦੇ ਬਾਪ ਨੂੰ ਜਾਣਦੇ ਆ, ਜਿਹੜੇ ਘਰ ਵਿੱਚ ਪਲਿਆ ਆ, ਇਹਦੇ ਭਰਾਵਾਂ ਨੂੰ ਜਾਣਦੇ ਆ, ਇਹਦੇ ਭੈਣਾਂ ਨੂੰ ਜਾਣਦੇ ਆ। ਸਮਝ ਆ ਰਹੀ ਹੈ? ਇਹ ਨਾਸਰਤ ਦਾ ਰਹਿਣ ਵਾਲਾ ਨਹੀਂ, ਇਹਦੇ ਪਿੰਡ ਨੂੰ ਵੀ ਜਾਣਦੇ ਆ। ਪਰ ਇਹ ਗਿਆਨ ਕਿੱਥੋਂ ਆਇਆ? ਇਹਨੂੰ ਇਹ ਸ਼ਕਤੀ ਕਿੱਥੋਂ ਮਿਲੀ? ਇਹ ਕਰਾਮਾਤਾਂ ਕਿਵੇਂ ਕਰਦਾ ਆ? ਇਹਨਾਂ ਤੋਂ ਕੀ ਹੋ ਰਹੀ ਸੀਗੇ ਭਾਈ? ਹੈਰਾਨ। ਧਿਆਨ ਨਾਲ ਸੁਣਿਓ। ਹਾਂਜੀ ਅੱਗੇ ਪੜ੍ਹੀਏ। ਸੋ ਉਹਨਾਂ ਉਸ ਤੋਂ ਠੋਕਰ ਖਾਧੀ। ਯਿਸੂ ਨੇ ਉਹਨਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ਼ ਅਤੇ ਆਪਣੇ ਅੰਗ ਸਾਖ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ। ਉਹਦੇ ਆਪਣੇ ਪਿੰਡ ਵਾਲੇ ਉਹਦਾ ਨਿਰਾਦਰ ਕਰਨਗੇ, ਉਹਦੇ ਆਪਣੇ ਸ਼ਹਿਰ ਵਾਲੇ ਉਹਦਾ ਨਿਰਾਦਰ ਕਰਨਗੇ, ਉਹਦੇ ਆਪਣੇ ਅੰਗ ਸਾਖ ਉਹਦਾ ਨਿਰਾਦਰ ਕਰਨਗੇ, ਉਹਦੇ ਤੇ ਵਿਸ਼ਵਾਸ ਨਹੀਂ ਕਰਨਗੇ, ਉਹਦੇ ਤੇ ਨਿਹਚਾ ਨਹੀਂ ਕਰਨਗੇ। ਉਹਦੀ ਜਾਣ ਪਹਿਚਾਣ ਵਾਲੇ ਉਹਦੇ ਤੇ ਨਿਹਚਾ ਨਹੀਂ ਕਰਨਗੇ। ਹਾਂਜੀ ਅੱਗੇ ਪੜ੍ਹੀਏ। ਪਰ ਉਹ ਉੱਥੇ ਕੋਈ ਕਰਾਮਾਤ ਨਾ ਦਿਖਾ ਸਕਿਆ। ਹਾਂਜੀ। ਪਰ ਥੋੜੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ। ਧਿਆਨ ਨਾਲ ਸੁਣਿਓ। ਯਿਸੂ ਮਸੀਹ ਉਥੇ ਕੋਈ ਕਰਾਮਾਤ ਨਾ ਵਿਖਾ ਸਕਿਆ। ਕਿਉਂ ਨਾ ਕਰਾਮਾਤ ਵਿਖਾ ਸਕਿਆ ਭਾਈ? ਉਹਦੇ ਵਿੱਚ ਸ਼ਕਤੀ ਦਾ ਘਾਟ ਹੋ ਗਈ। ਕੀ ਉਹਦੇ ਵਿੱਚ ਨਿਹਚਾ ਦੀ ਘਾਟ ਹੋ ਗਈ? ਕੀ ਉਹ ਯਿਸੂ ਮਸੀਹ ਦੇ ਅੰਦਰ ਪਾਵਰ ਦੀ ਘਾਟ ਹੋ ਗਈ? ਕਿ ਦੂਸਰੇ ਲੋਕਾਂ ਵਿੱਚ ਜਦੋਂ ਪ੍ਰਾਰਥਨਾ ਕਰਦਾ, ਛੁਟਕਾਰੇ ਲਈ ਪ੍ਰਾਰਥਨਾ ਕਰਦਾ, ਭੂਤ ਨਿਕਲ ਜਾਂਦੇ ਨੇ ਔਰ ਬਿਮਾਰ ਚੰਗੇ ਹੋ ਜਾਂਦੇ ਨੇ। ਜਦੋਂ ਆਪਣੇ ਦੇਸ਼ ਵਿੱਚ ਆਇਆ, ਆਪਣੇ ਸ਼ਹਿਰ ਵਿੱਚ ਆਇਆ, ਆਪਣੇ ਲੋਕਾਂ ਵਿੱਚ ਆਇਆ ਤੇ ਕਰਾਮਾਤ ਨਹੀਂ ਕਰ ਸਕਿਆ ਕੋਈ? ਵਿਚਾਰ ਆ ਰਿਹਾ ਕੁਛ? ਹਾਲੇਲੂਇਆ। ਜਦੋਂ ਦੂਸਰੇ ਲੋਕਾਂ ਵਿੱਚ ਹੈ ਤੇ ਗਿਆਨ ਫੈਲਾ ਰਿਹਾ, ਜਿਨ ਚਮਤਕਾਰ ਹੋ ਰਹੇ ਨੇ, ਪਰ ਆਪਣੇ ਨਗਰ ਦੇ ਲੋਕ, ਆਪਣੇ ਸ਼ਹਿਰ ਦੇ ਲੋਕ ਇਸ ਗੱਲ ਤੋਂ ਹੈਰਾਨ ਨੇ ਵੀ ਇਹਦੇ ਦੁਆਰਾ ਕਰਾਮਾਤਾਂ ਹੁੰਦੀਆਂ ਨੇ। ਪਰ ਧਿਆਨ ਨਾਲ ਸੁਣਿਓ, ਇਹ ਵੀ ਕਹਿੰਦੇ ਹੋਣਗੇ ਪਰ ਇੱਥੇ ਕਰਾਮਾਤ ਕਿਉਂ ਨਹੀਂ ਕਰ ਸਕਿਆ? ਹਲੋ।
ਆਪਣੇ ਦੇਸ਼ ਵਿੱਚ ਆਇਆ, ਆਪਣੇ ਪਿੰਡ ਵਿੱਚ, ਆਪਣੇ ਇਲਾਕੇ ਵਿੱਚ, ਆਪਣੇ ਸ਼ਹਿਰ ਵਿੱਚ ਆਇਆ ਤੇ ਪਵਿੱਤਰ ਬਾਈਬਲ 'ਚ ਲਿਖਿਆ ਕੋਈ ਕਰਾਮਾਤ ਨਾ ਵਿਖਾ ਸਕਿਆ। ਕਿਉਂ ਨਾ ਵਿਖਾ ਸਕਿਆ? ਆਪਣਾ ਹੱਥ ਰੱਖ ਕੇ ਬਿਲ ਥੋੜੇ ਜਿਹੇ ਪੜੀਏ ਪਰ ਉਹ ਉੱਥੇ ਕੋਈ ਕਰਾਮਾਤ ਨਾ ਵਿਖਾ ਸਕਿਆ। ਹਾਂਜੀ, ਪਰ ਥੋੜੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਪਰ ਕੇ ਥੋੜੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ ਉਹਨਾਂ ਨੂੰ ਚੰਗਾ ਕੀਤਾ ਅਤੇ ਉਸਨੇ ਉਹਨਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ। ਹਾਲੇਲੂਇਆ। ਹਾਲੇਲੂਇਆ। ਰੋਗੀ ਤੇ ਉੱਥੇ ਹੋਰ ਵੀ ਬਥੇਰੇ ਸੀ, ਬਿਮਾਰ ਤਾਂ ਉੱਥੇ ਹੋਰ ਵੀ ਬਥੇਰੇ ਸੀ, ਪਰ ਉਹਨਾਂ ਸਾਰਿਆਂ ਵਿੱਚੋਂ ਥੋੜੇ ਜਿਹੇ ਰੋਗੀਆਂ ਤੇ ਉਹਨੇ ਹੱਥ ਰੱਖ ਕੇ ਤੇ ਉਹਨਾਂ ਨੂੰ ਚੰਗਾ ਕੀਤਾ। ਸਾਰੇ ਰੋਗੀ ਕਿਉਂ ਨਹੀਂ ਚੰਗੇ? ਮੇਰੇ ਨਾਲ ਹੋ। ਹਾਲੇਲੂਇਆ। ਬਾਈਬਲ 'ਚ ਲਿਖਿਆ ਥੋੜੇ ਜਿਹੇ ਰੋਗੀਆਂ ਨੂੰ ਉਹਨੇ ਚੰਗਾ ਕੀਤਾ। ਪੜ੍ਹੀ ਅੱਗੇ। ਅਤੇ ਉਸਨੇ ਉਹਨਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ। ਹਾਂਜੀ। ਔਰ ਉਹਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਫਿਰਿਆ। ਸੋ ਉਹਨਾਂ ਦੀ ਬੇਪਰਤੀਤੀ ਦੇ ਕਾਰਨ ਯਿਸੂ ਮਸੀਹ ਨੇ ਕੀ ਆਖਿਆ ਸੀ? ਯਹੋਨਾ ਦੀ ਅੰਜੀਲ ਉਹਦੇ 14 ਪਾਠ 1 ਆਇਤ ਵਿੱਚੋਂ ਪੜ੍ਹਿਆ। ਕੀ ਪੜ੍ਹਿਆ ਭਾਈ? ਤੁਹਾਡਾ ਦਿਲ ਨਾ ਘਬਰਾਵੇ, ਖੁਦਾ ਉੱਤੇ ਪ੍ਰਤੀਤ ਕਰੋ ਤੇ ਮੇਰੇ ਉੱਤੇ ਵੀ। ਅੱਛਾ, ਤੇ ਯਿਸੂ ਮਸੀਹ ਨੇ ਕਿਹਾ ਕੀ ਉੱਥੇ? ਉਹਨੇ ਉਹਨਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ। ਉਹਨਾਂ ਦੇ ਵਿੱਚ ਕੀ ਸੀ ਭਾਈ? ਉਹਨਾਂ ਨੇ ਯਿਸੂ ਮਸੀਹ ਉੱਪਰ ਨੇਚਾ ਨਹੀਂ ਕੀਤੀ। ਕੀ ਮੰਨਿਆ? ਇੱਕ ਇਨਸਾਨ। ਕੀ ਮੰਨਿਆ? ਨਾਸਰਤ ਦਾ ਰਹਿਣ ਵਾਲਾ ਯੀਸ਼ੂ। ਕੀ ਮੰਨਿਆ? ਮਰੀਅਮ ਤੇ ਤਰਖਾਨ ਦੇ ਘਰ ਵਿੱਚ ਪਲਿਆ। ਕੀ ਮੰਨਿਆ? ਫਲਾਣੇ ਦਾ ਭਰਾ। ਮੇਰੇ ਨਾਲ ਹੋ। ਹਾਲੇਲੂਇਆ। ਅਸੀਂ ਇਹਨੂੰ ਜਾਣਦੇ ਹਾਂ, ਫਲਾਣੇ ਦਾ ਰਿਸ਼ਤੇਦਾਰ ਆ, ਅਸੀਂ ਜਾਣਦੇ ਹਾਂ। ਐਸੇ ਗੱਲ ਕਰਕੇ ਉਹਨਾਂ ਨੇ ਯਿਸੂ ਮਸੀਹ ਉੱਤੇ ਪ੍ਰਤੀਤ ਨਹੀਂ ਕੀਤੀ ਤੇ ਨਾ ਪ੍ਰਤੀਤ ਕਰਨ ਕਰਕੇ ਲੋਕ ਚੰਗਿਆਈ ਦੀ ਆਵਾਜ਼ ਨਹੀਂ ਪਾ ਸਕੇ। ਉਹਨਾਂ ਦੀ ਬੇਪਰਤੀਤੀ ਉੱਤੇ ਉਹਨੇ ਅਚਰਜ ਮੰਨਿਆ ਕਿ ਇਹਨਾਂ ਦਾ ਵਿਸ਼ਵਾਸ ਹੀ ਹੈ ਨਹੀਂ ਮੇਰੇ। ਉਹ ਲੋਕ ਵਿਸ਼ਵਾਸ ਕਰਦੇ, ਦੂਜੇ ਕਰਦੇ, ਤੀਜੇ ਕਰਦੇ, ਉਹ ਹਾਲੇਲੂਇਆ। ਪਰ ਇਹ ਲੋਕ ਮੇਰੇ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਇਹਨਾਂ ਦੀ ਪ੍ਰਤੀਤ ਕਿੱਥੇ ਚਲੀ ਗਈ? ਹਾਲਾਂਕਿ ਮੇਰੇ ਆਪਣੇ ਨੇ, ਮੇਰੇ ਅੰਗ ਸਾਕ ਨੇ, ਮੇਰੇ ਰਿਸ਼ਤੇਦਾਰ ਨੇ। ਮੇਰੇ ਨਾਲ ਹੋ। ਬਾਈਬਲ 'ਚ ਲਿਖਿਆ ਆਪਣੇ ਦੇਸ਼ ਵਿੱਚ। ਮੈਂ ਹੋਰ ਗੱਲ ਕਰਾਂ ਤਾਂ ਦਰਅਸਲ ਉਹ ਯੋਧੇ ਨਹੀਂ ਸਨ। ਇੱਕ ਵਾਰ ਯਿਸੂ ਮਸੀਹ ਦੇ ਕੋਲ ਆਏ, ਕਹਿੰਦੇ ਸੁਨੇਹਾ ਦਿੱਤਾ ਤੇਰੀ ਮਾਂ ਤੇ ਤੇਰੇ ਭਰਾ ਤੈਨੂੰ ਲੱਭਦੇ ਫਿਰਦੇ ਨੇ, ਮਿਲਣ ਹੀ ਆਏ ਨੇ। ਉਹਨੇ ਆਖਿਆ ਕੌਣ ਮੇਰੀ ਮਾਂ ਤੇ ਕੌਣ ਮੇਰੇ? ਮੇਰੀ ਮਾਂ ਮੇਰੇ ਭੈਣ ਭਰਾ ਉਹ ਨੇ ਜਿਹੜੇ ਮੇਰੇ ਪਿਤਾ ਦੇ ਵਚਨ ਉੱਤੇ ਚੱਲਦੇ। ਹਾਲੇਲੂਇਆ। ਹਾਲੇਲੂਇਆ। ਪਰ ਜਿੱਥੇ ਉਹ ਪਲਿਆ ਸੀ, ਮੇਰੀਓ ਭੈਣੋ ਮੇਰੇ ਭਰਾਓ, ਜਿੱਥੇ ਪ੍ਰਭੂ ਯਿਸੂ ਮਸੀਹ ਨੇ ਜਨਮ ਤੋਂ ਲੈ ਕੇ 30 ਸਾਲ ਗੁਜ਼ਾਰੇ। ਕਿੰਨਾ ਸਮਾਂ ਗੁਜ਼ਾਰਿਆ? 30 ਸਾਲ। ਕਿੱਥੇ ਗੁਜ਼ਾਰਿਆ? ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਦੇਸ਼। ਇਸੇ ਲਈ ਤੇ ਉਹਨੂੰ ਜਾਣਦੇ ਸੀ। ਚਲੇ ਗਏ ਯਿਸੂ ਮਸੀਹ। ਜਦ 30 ਸਾਲ ਦੇ ਹੋਏ, ਸੇਵਕਾਈ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆਪਣਾ ਸ਼ਹਿਰ ਛੱਡ ਦਿੱਤਾ ਹੈ, ਉਹਨਾਂ ਨੇ ਆਪਣਾ ਨਗਰ ਛੱਡ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਨੇ ਆਪਣਾ ਇਲਾਕਾ ਛੱਡ ਦਿੱਤਾ ਹੈ। ਅਲੱਗ-ਅਲੱਗ ਇਲਾਕਿਆਂ ਵਿੱਚ, ਅਲੱਗ-ਅਲੱਗ ਖੇਤਰਾਂ ਦੇ ਵਿੱਚ ਯਿਸੂ ਮਸੀਹ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। ਪ੍ਰਾਰਥਨਾਵਾਂ ਕਰਨੀਆਂ ਸ਼ੁਰੂ ਕੀਤੀਆਂ, ਕਰਾਮਾਤਾਂ ਕਰਨੀਆਂ ਸ਼ੁਰੂ ਕੀਤੀਆਂ, ਚੰਗਿਆਈ ਕਰਨੀ ਸ਼ੁਰੂ ਕੀਤੀ। ਆਸੇ ਪਾਸੇ ਘੁੰਮ ਕੇ ਜਦੋਂ ਚਿੰਨ੍ਹ ਚਮਤਕਾਰ ਕਰਾਮਾਤਾਂ ਕੀਤੀਆਂ, ਉਹਦੇ ਨਗਰ ਦੇ ਲੋਕ ਸੁਣ ਰਹੇ ਸੀ, ਉਹਦੇ ਇਲਾਕੇ ਦੇ ਨਗਰ ਸੁਣ ਰਹੇ ਸੀ। ਮੇਰੇ ਨਾਲ ਹੋ। ਹਾਲੇਲੂਇਆ।
और चलते चलते प्रभु यीशु मसीह अपने देश, अपने नगर, अपने इलाके दे विच आए। ते लोग हैरान है, ज्ञान कित्थों मिले आए, ये करामातां कित्थों, ये बड़ियां सुनिया करामातां करता, पर अपने देश विच, अपने इलाके विच इन्ने चमत्कार नहीं कर सके। क्यों? क्योंकि उन्हां दे अंदर वो यीशु मसीह पर विश्वास ही, हमें वो यीशु मसीह ते विश्वास ही नहीं सन करते। तो यीशु मसीह ने क्या की, तुहाडा दिल ना घबरावे। याद रखो, तुहाडा दिल ना घबरावे, मेरे पिता उत्ते, खुदा उत्ते प्रतीत करो, मेरे उत्ते भी। हालेलुया। कि सानू दो जने उत्ते प्रतीत करनी पवेगी। मेरे नाल हो, कि सानू दो जने दे प्रतीत करनी पवेगी। मेरी भैनों दोनों ते प्रतीत करनी पैनी है। हालेलुया। एक वचन है ते दूसरा वचन सुनाउण वाला है। तानू उस वचन ते प्रतीत करनी पैनी है, जो सुना रहा तानू ओदे ते भी प्रतीत करनी पैनी है। क्यों? क्योंकि नबी ने समझाया, वचन ते वचन सुनाउण वाला एक हन। आमीन, हालेलुया। हुण इसे प्रकार कि खुदा ते यीशु वखरे वखरे सीगे नहीं। मेरे नाल हो, हालेलुया। खुदा त्यो पिता सी, ते पिता किथे सी? यीशु दे अंदर। आमीनिया, हालेलुया। ते तुहानू जो बाहर बॉडी दिसती है, तुहानू ओदे ते भी प्रतीत करनी पैनी है। जो बॉडी दे अंदर है, तुहानू ओदे ते भी प्रतीत करनी पैनी है। क्योंकि दोनों की हो गए, यीशु से मैं ते पिता एक, वो एक हो जाते ने। इसलिए मेरी भैनों, कई बार असी खुदा ते विश्वास करते हैं, पर जिहड़ा सामने खड़ा खुदा ते दिसदा नहीं। तुम्हारा मन बिल्कुल ना व्याकुल ना हो। तुहाडा मन व्याकुल ना हो। तुम खुदा पर विश्वास रखते हो। तुम खुदा पर विश्वास रखते हो, पर मुझ पर भी विश्वास रखो। हालेलुया, हालेलुया। क्लियर तस्वीर है। तुहाडा मन व्याकुल ना हो, तुम खुदा पर विश्वास रखते हो। इदां ही है, हालेलुया। तुम खुदा पर विश्वास रखते हो। सारे कह सकते हो, हाँ जी। तुम खुदा पर विश्वास रखते हो। अगे यीशु मसीह के कहता, मुझ पर भी विश्वास, मुझ पर भी विश्वास रखो। हाँ जी, की कहोगे? एक ते करना पऊगा या दोनों ते? दोनों। हालेलुया, हालेलुया। हालेलुया। हुण यीशु मसीह की बयान करदा, मैं पिता दा घल्लिया होया आया वा। हाँ जी, आमीन। ओ जिन्नू ओने घल्लिया आ, तानू ओदे ते भी विश्वास करना आ। जिन्ने घल्लिया आ, तानू ओदे ते भी विश्वास करना। तुसी घल्लण वाले ते विश्वास करो, ते जिहड़ा घल्लिया गया जे ओदे ते विश्वास ना करो, ते कुछ ना कुछ गड़बड़ है। हाँ जी, समझ आ रही है? हालेलुया। हिंदी विच ते बिल्कुल क्लियर तस्वीर सामने है। तुहाडा मन व्याकुल ना हो, तुम खुदा पर विश्वास रखते हो, मुझ पर भी विश्वास रखो। अच्छा, ये खुदा ते विश्वास रखते सीगे कौन? फरीसी, संदूकी, हेरोदी, जिन्हां विच यीशु मसीह आया है अपनियां विच, ये खुदा उत्ते ते विश्वास रखते सीगे, पर किदे ते नहीं सी रखते, ओदे घल्ले होए उत्ते विश्वास नहीं सन। अज भी खुदा दे घल्ले होए आए ने। यस, आमीन, हालेलुया। हालेलुया। कि नबी ब्रदर ब्रैनम
खुदा दा घल्लिया होया आया Yes. कि अज ओहदे घल्ले होए धरती उत्ते हैगे ने। Yes. हाँ, कई लोग खुदा ते विश्वास रखते, कहते पास्टर तो की लेना। हेलो, Amen. आमीन। Amen. फर्क इत्थे रह जाता। इसलिए ज़्यादातर एक इंसान जान के इन्नी रिस्पैक्ट कदे कदे कई लोगों के अंदर वो आदर नहीं होता। कई लोग तो बहुत आदर करते, खुदा बरकत दे, असी इस काबल अपने आप को नहीं समझते। कई परिवारों में जाइदा लाइट नहीं है और वो पक्षी नाल झल मारनी शुरू कर, नहीं पास्टर जी ऐसे चल। बाइबल च लिखिया मेरे सेवक दुगने आदर दे, दुगने दुगने दुगना आदर किन्ना दा कीता जांदा है वैसे दुनियावी तौर पर किन्ना दा कीता जांदा है? नवे नवे रिश्तेदार कि इदां ही टेबल रख दोगे? हाँ जी, टेबल इदां जिद्दां पिया होया इदां रखा जाऊगा? हाँ जाना। समझ आ रही है? अच्छा, नवे नवे रिश्तेदार आए घर विच, खुदा ने सब कुछ दिता, खा पी रहे हैं, गल लग्या कर बिस्कुट ने चाह पिलाओगे? बिस्कुट भुजिया चलूगा? नवे नवे रिश्तेदार आए ने। कल किसी परिवार विच गए, बुलाया और उदों ही फोन दे विच आवाज आ गई, वो ब्रदर अपनी पत्नी को बोल रहा है फटाफट सफाइयाँ कर, जल्दी जल्दी सफाइयाँ। हालेलुया। अच्छा भई एक ने बुलाया खुदा दे घल्ले होए नूं अपने घर दे विच। कौन सी वो बाइबल दे विच? किसी ने बुलाया सिमयोन। किहड़ा सिमयोन सी? सिमयोन कई ने, सिमयोन पतरसिया, सिमयोन करेनी है, सिमयोन जादूगरिया, सिमयोन फ्रिंसी। ये किहड़ा सिमयोन सी? Simon Princy. सिमयोन फ्रिंसी। उन्हें अपने घर विच बुलाया, आदर कीता, No sir. इज्जत कीती, रिस्पैक्ट कीती, ते पाया की कुछ भी नहीं। जिद्दां दा सी उदां दा ही दिया। मेरे नाल हो। Amen. हालेलुया। कौन सी उत्थे जिन्ने ओदी इज्जत कीती, ओदी रिस्पैक्ट कीती, ओदा आदर कीता? प्रिंसी दे घर विच कौन सी हो आई? ज़्यादा किसे नूं? अच्छा, कईयां नूं नहीं पता। एक औरत आई, उन्हें देखिया कि सबड़ा दे पैर धोते ते पूंजे हुए ने, पर यीशु मसीह दे होर भी उत्थे बड़े लोग सीगे। सिमयोन फ्रिंसी सी, खुदा ते विश्वास रखण वाला सी। जी मेरी भैनों मेरे भराओ, फ्रिंसी खुदा ते विश्वास रखते सी। बाइबल चो मैं दिखा दूं तुहानूं, खुदा ते विश्वास रखते सी, पर उहदे कल्ले होए उत्ते विश्वास नहीं करते। यीशु मसीह उहदा कल्लिया होया सी। जे वो खुदा ते विश्वास करदा, उहदे कल्ले होए दी रिस्पैक्ट करदा है, उहदे कल्ले होए उत्ते भी विश्वास करदा। ध्यान नाल गौर नाल सुने। हाँ, उत्थे एक औरत आई, उन्हें पहचान लिया। किदां यीशु दे पैर धोते पे? किन्ने नूं पता? हंजुआ नाल उस औरत ने यीशु मसीह दे पैर धोते। दूजे किदे नाल? अपने वाला नाल। इस युग दे नबी ने पता की आख्या? माफ करियो मेरी भैन। इस युग दे नबी ने पता की आख्या? जे अज दियां औरतां नूं यीशु मसीह दे
ਵਾਲਾਂ ਦੇ ਨਾਲ, ਆਪਣੇ ਵਾਲਾਂ ਦੇ ਨਾਲ ਯਿਸੂ ਮਸੀਹ ਦੇ ਪੈਰ ਸਾਫ਼ ਕਰਨੇ ਪੈਣ। ਤੇ ਉਹਨਾਂ ਨੂੰ ਨਬੀ ਨੇ ਆਖਿਆ ਕਿਉਂਕਿ ਵਾਲ ਕਟੇ ਪੱਠੇ ਕੀਤੇ ਹੋਏ ਨੇ, ਪੁੱਠੀਆਂ ਹੋਣਾ ਪਏ, ਸਿਰ ਥੱਲੇ ਲਗਾਉਣਾ ਪਏ, ਕਿਉਂਕਿ ਵਾਲ ਲੰਬੇ ਅੱਜ ਪੱਠੇ ਕਰਾ ਲਏ ਨਾ, ਕਈਆਂ ਨੇ ਕਟਨ ਕਰਾ ਲਏ। ਇਸ ਯੁੱਗ ਦੇ ਨਬੀ ਨੇ ਫਰਮਾਇਆ, ਆਪਣੇ ਹੰਝੂਆਂ ਦੇ ਨਾਲ ਉਹਨੇ ਯਿਸੂ ਮਸੀਹ ਦੇ ਪੈਰ ਧੋਤੇ ਤੇ ਆਪਣੇ ਵਾਲਾਂ ਦੇ ਨਾਲ ਯਿਸੂ ਮਸੀਹ ਦੇ ਪੈਰਾਂ ਨੂੰ ਸਾਫ਼ ਕੀਤਾ। ਫਰੀਸੀ ਖੁਦਾ ਤੇ ਵਿਸ਼ਵਾਸ ਰੱਖਣ ਵਾਲਾ ਆ, ਪਰ ਇਹ ਉਹਦੇ ਕੱਲੇ ਹੋਏ ਯਿਸੂ ਮਸੀਹ ਉਤੇ ਵਿਸ਼ਵਾਸ ਨਹੀਂ ਕਰਦਾ। ਧਿਆਨ ਨਾਲ ਸੁਣਿਓ, ਸਗੋਂ ਤਰਕ ਕਰਦਾ ਹੈ, ਉਹਦੇ ਕੱਲੇ ਹੋਏ ਉਤੇ ਤਰਕ ਕਰਦਾ ਆ। ਜੇ ਇਹ ਗੁਰੂ ਹੁੰਦਾ, ਜੇ ਗੁਣੀ ਗਿਆਨੀ ਹੁੰਦਾ ਤੇ ਜਾਣ ਨਾ ਲੈਂਦਾ ਕਿ ਇਹ ਔਰਤ ਬੇਸਵਾਇਆ ਪਾਪੜੀ। ਯਿਸੂ ਮਸੀਹ ਦਿਲਾਂ ਦੇ ਵਿਚਾਰਾਂ ਨੂੰ ਜਾਣਦਾ ਸੀ। ਹਾਲੇਲੂਇਆ। ਆ ਪਿੱਛੇ ਜੇ ਵੀ ਸੁਣਿਆ, ਕਈ ਲੋਕ ਸੋਚਦੇ ਨੇ ਕਿ ਅਸੀਂ ਆ ਚੀਜ਼ਾਂ ਸਾਡੇ ਮਨ ਵਿੱਚ ਸੀਗੀਆਂ, ਲੇਕਿਨ ਜੋ ਸੋਚਦੇ ਉਹੀ ਪ੍ਰਚਾਰ। ਹਾਂਜੀ, ਜਿਹੜੇ ਸਵਾਲ ਹੁੰਦੇ ਨੇ, ਜੋ ਸੋਚਦੇ ਹੁੰਦੇ ਉਹੀ ਪ੍ਰਚਾਰ। ਬਾਈਬਲ 'ਚ ਲਿਖਿਆ ਖੁਦਾ ਦਾ ਵਚਨ ਗੁੱਦੇ ਗੁੱਦੇ ਤੇ ਹਿਰਦੇ ਹਿਰਦੇ ਨੂੰ ਵਿਨ ਸੁਣਦਾ ਹੈ। ਇਹ ਵਚਨ ਹੈ। ਆਮੀਨ। ਹੁਣ ਇੱਥੇ ਵੀ ਉਹ ਵਚਨ ਸੀ। प्रभु यीशु मसीह कौन सी भाई? वचन, आदि में वचन था, वचन खुदा के साथ था, वचन ही खुदा था, वचन देता है। यीशु मसीह वचन सी। आमीन। ते वचन दिलों के विचारों नूं हाँ जी जान लैंदा है। कौन? वचन। वचन ने जान लिया। ते फरीसी दे मन विच की है? ते फिर वचन ने बोल दिता। हालेलुया। सिमोन की विचार करते हैं? ये बहुते पाप ने, ये बहुत ही पापण नज़र आ रही है। कहता मैं तेरे नाल सवाल करदा, दो करजाई सीगे, उदाहरण दे लई किहड़े किहड़े दे करजाई सीगे? शायद किसी ने याद हो। एक 500 का, हालेलुया। एक 250 का करजाई सी, एक दा ते एक 500 का करजाई सी। मालिक ने कहता दोनों नूं करजा उन्हां दा माफ़ कर दिता। कहता कि वो अपने मालिक नूं उन्हां दोनों चों किहड़ा ज़्यादा प्यार करेगा? हेलो, किहड़ा ज़्यादा प्यार करेगा? कहता जिहदे ज़्यादा करजा माफ़ किया गया ज़्यादा प्यार। इसलिए मैं तेरे घर विच आया ते तू पानी मेरे पैर धोने लई नहीं दिता है, तू तौलिया मेरे पैर साफ करने वास्ते नहीं दिता। पर यह औरत जदों दा मैं आया हाँ, ये अपने हंझुआं नाल मेरे पैर धोण तो नहीं हटी, इन्हें अपने वालां नाल मेरे पैर पूंजे। हंझुआं नाल धोते ने ते इन्हें वालां नाल पैर पूंजे। इसलिए तू घट प्यार कीता आ कि तेरे घट पाप ने, इस करके ने ज़्यादा प्यार किया है क्योंकि ये ज़्यादा पाप इन्हें माफ किया। हालेलुया, हालेलुया, आमीन। मेरी भैनों, मेरे भरा, किन्ने लोग वो घर विच होणगे, पर कोई भी नहीं सी जानता सी कि यीशु मसीह के अंदर पाप माफ़ करने वाली सामर्थ। सिर्फ एक औरत जानती सी। हालेलुया, हालेलुया। एक औरत जानती सी। किन्ने लोग वो घर विच आए होणगे, पर निजात कौन पा गया? एक औरत माफ़ी पा के चली, छुटकारा पा के चली गई, आज़ाद होके चली गई। बाकी सारी औरतां किन्ने आदर किया है ओहदा, किन्ने ओहदी रिस्पैक्ट की। वो पानी मंगवा सकती सी कि मैं पानी मंगवा के पैर धो देवां, वो तौलिया मंगवा सकती सी। हालेलुया। मैं कल्पना करदा कि वो तौलिया मंगवा सकती सी। जेड़े बाहर
ਘੜੇ ਲੈ ਕੇ ਪਾਣੀ ਦੇ ਖੜੇ ਨੇ, ਉਹਨਾਂ ਕੋਲੋਂ ਪਾਣੀ ਮੰਗਵਾ ਸਕਦੀ ਸੀ, ਪਾਣੀ ਨਾਲ ਪੈਰ ਧੋ ਸਕਦੀ ਸੀ। ਉਹਨੇ ਉਹ ਕੀਤਾ ਜੋ ਦੂਜਿਆਂ ਤੋਂ ਅਲੱਗ ਸੀ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ, Hallelujah. ਆਮੀਨ। Amen. ਯਿਸੂ ਮਸੀਹ ਨੇ ਵੀ ਇਦਾਂ ਕਰਨ ਦਿੱਤਾ। ਯਿਸੂ ਮਸੀਹ ਨੇ ਵੀ ਕਰਨ ਦਿੱਤਾ। ਪਿਛਲੇ ਸਮੇਂ ਦੇ ਵਿੱਚ ਮੈਂ ਸੁਣਿਆ ਕਿਸੇ ਭੈਣ ਦੇ ਕੋਈ ਔਲਾਦ ਨਹੀਂ ਸੀ, ਔਰ ਉਹ ਭੈਣ ਸੇਵਾਦਾਰਾਂ ਦੇ ਪੈਰ ਧੋਇਆ ਕਰਦੀ ਸੀ। ਖੁਦਾ ਨੇ ਉਹਦੀ ਨਿਹਚਾ ਦੇ ਮੁਤਾਬਕ ਉਹਨੂੰ ਬੇਟਾ ਦਿੱਤਾ। ਅਨਸੂ ਹੋਈ ਹੈ। ਬਟ ਮੇਰੀ ਭੈਣੋ, ਮੇਰੇ ਭਰਾਓ, ਦਰਅਸਲ ਭੈਣਾਂ ਸੇਵਾਦਾਰਾਂ ਦੇ ਪੈਰ ਨਹੀਂ ਧੋ ਸਕਦੀ, ਭਾਈ ਲੋਕ ਧੋ ਸਕਦੇ। ਇੱਕ ਸੇਵਾਦਾਰ ਇਨਸਾਨ ਹੈ, ਉਹਦੇ ਭੈਣਾਂ ਵਿੱਚੋਂ ਕੌਣ ਪੈਰ ਧੋ ਸਕਦੀ ਹੈ? ਜਿਹੜੀ 60 ਸਾਲ ਤੋਂ ਉੱਪਰ ਵਿਧਵਾ ਹੋ, ਬਾਈਬਲ ਦੇ ਮੁਤਾਬਕ। ਹਾਲੇਲੂਇਆ, ਆਮੀਨ। 60 ਸਾਲ ਤੋਂ ਉੱਪਰ ਵਿਧਵਾ ਸੰਤਾਂ ਦੇ ਚਰਨਾਂ ਨੂੰ ਧੋ ਸਕਦੀ ਹੈ। ਕੋਈ ਜਵਾਨ ਭੈਣ ਕੋਈ ਵੀ ਕਿਸੇ ਸੇਵਾਦਾਰ ਦੇ ਪੈਰਾਂ ਨੂੰ ਨਹੀਂ ਧੋ ਸਕਦੀ। ਜਦ ਵਿਸ਼ਾ ਚੱਲਿਆ ਤੇ ਮੈਨੂੰ ਇਹ ਦੱਸਣਾ ਪਿਆ ਹੈ ਕਿ ਅਜਿਹਾ ਨਾ ਹੋਵੇ ਕਿ ਤੁਸੀਂ ਅਜਿਹਾ ਕਦੇ ਕਰੋ। ਭੈਣਾਂ ਚਾਹੁਣ ਕਿ ਉਹ ਸੇਵਾਦਾਰ ਦੀ ਪਤਨੀ ਦੀ ਰਿਸਪੈਕਟ ਕਰ ਸਕਦੀਆਂ ਨੇ, ਉਹ ਭੈਣ ਦੇ ਪੈਰ ਧੋ ਸਕਦੀਆਂ ਨੇ, ਲੇਕਿਨ ਕਿਸੇ ਪ੍ਰਚਾਰਕ ਦੇ ਨਹੀਂ। ਕਿੰਨੇ ਸਮਝੀ? Amen. ਹਾਲੇਲੂਇਆ। ਹਾਂ, ਤੁਸੀਂ ਕਹੋਗੇ ਵੀ ਯਿਸੂ ਮਸੀਹ ਉਸ ਵਿਧਵਾ ਉਸ ਬੇਸਵਾ ਉਸ ਔਰਤ ਨੇ ਤਾਂ ਯਿਸੂ ਮਸੀਹ ਦੇ ਪੈਰ ਧੋਤੇ ਹੀ ਉਹ ਮੈਟਰ ਆ ਲੱਗ। ਕਿਉਂਕਿ ਬਾਈਬਲ 'ਚ ਲਿਖਿਆ ਕਿ 61 ਸਾਲ ਦੀ ਇੱਕ ਵਿਧਵਾ ਜਿਹੜੀ ਹੈ ਉਹਨੇ ਸੰਤਾਂ ਦੇ ਚਰਨਾਂ ਨੂੰ ਧੋਤਾ ਹੈ। ਆਮੀਨ, ਆਮੀਨ। ਸੋ ਆਓ ਅੱਗੇ ਚੱਲਦੇ ਹਾਂ। ਸਿਮਿਓਨ ਫਰੀਸੀ ਦੇ ਘਰ ਦੇ ਵਿੱਚ ਉਸ ਔਰਤ ਨੇ ਯਿਸੂ ਮਸੀਹ ਨੂੰ ਪਹਿਚਾਨ ਲਿਆ। ਉਹਨੇ ਉਹਦੇ ਤੇ ਨਿਹਚਾ ਕੀਤੀ, ਉਹਨੂੰ ਕਬੂਲ ਕੀਤਾ, ਉਹਦਾ ਆਦਰ ਕੀਤਾ। ਉਹਨੇ ਖੁਦਾ ਦੇ ਉੱਤੇ ਔਰ ਖੁਦਾ ਦੇ ਭੇਜੇ ਹੋਏ ਜਨ ਦੇ ਉੱਤੇ ਪ੍ਰਤੀਤ ਕੀਤਾ। ਹਾਲੇਲੂਇਆ, ਹਾਲੇਲੂਇਆ, ਆਮੀਨ। ਪਰ ਫਰੀਸੀ ਖੁਦਾ ਉੱਤੇ ਤਾਂ ਵਿਸ਼ਵਾਸ, ਹਾਂਜੀ ਆਵਾਜ਼ ਨਹੀਂ ਆਈ, ਖੁਦਾ ਉੱਤੇ ਤੇ ਵਿਸ਼ਵਾਸ, ਪਰ ਇਹ ਖੁਦਾ ਤੇ ਭੇਜੇ ਹੋਏ ਦੇ ਉੱਤੇ ਵਿਸ਼ਵਾਸ ਨਹੀਂ ਸੀ ਰੱਖਦਾ। ਮੈਂ ਵਿਸ਼ਵਾਸ ਕਰਦਾ ਤੁਸੀਂ ਸਮਝ ਰਹੇ ਹੋ। ਉਹ ਆਪਣੇ ਲੋਕਾਂ ਵਿੱਚ ਆਇਆ ਔਰ ਉੱਥੇ ਕੋਈ ਕਰਾਮਾਤ ਵਿਖਾ ਨਾ ਸਕਿਆ। ਇਹ ਘਾਟ ਸੇਵਾਦਾਰ ਦੇ ਅੰਦਰ ਨਹੀਂ ਹੈ ਮੇਰੀ ਭੈਣੋ, ਮੇਰੀ ਇਹ ਘਾਟ ਲੋਕਾਂ ਦੇ ਵਿਸ਼ਵਾਸ ਦੀ, ਕਿਉਂਕਿ ਉਹਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਤੇ ਜੇ ਕਿਤੇ ਤੁਸੀਂ ਕੋ ਪ੍ਰਾਰਥਨਾ ਕਰਾਉਣ ਤੇ ਉਹ ਆਏ ਸੀ, ਜੇ ਪ੍ਰਾਰਥਨਾ ਕਰਾਉਣ ਵਾਸਤੇ ਆ ਵੀ ਜਾਣ ਤੇ ਫਿਰ ਇਸ ਤਰੀਕੇ ਨਾਲ ਜੇ ਪਾ ਕੇ ਆਓ। ਅੱਗੇ ਚੱਲ। ਮਰਕੁਸ ਦੀ ਅੰਜੀਲ 9 ਪਾਠ ਉਹਦੀ 14 ਆਇਤ ਤੋਂ ਕਿਰਪਾ ਕਰਕੇ ਜਲਦੀ ਕੋਈ ਵੀ ਜਾਣ ਇਹਨੂੰ ਪੜ੍ਹ ਦਿਓ। ਮਰਕੁਸ 9 ਉਹਦੀ 14। ਚੇਲਿਆਂ ਦੇ ਕੋਲ ਆਏ ਜਾਓ ਚੇਲਿਆਂ ਕੋਲ ਆਏ ਤਾਂ ਉਹਨਾਂ ਦੀ ਚੁਫੇਰੇ ਵੱਡੀ ਭੀੜ ਉਹਨਾਂ ਨਾਲ ਗ੍ਰੰਥੀਆਂ ਨੂੰ ਝਗੜਾ ਕਰਦੇ ਦਿਖਾ। ਹਾਂਜੀ। ਅਤੇ ਝੱਟ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹਦੇ ਕੋਲ ਦੌੜ ਕੇ ਉਹਨੂੰ ਪ੍ਰਣਾਮ ਕੀਤਾ। ਤਦ ਉਸ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇਹਨਾਂ ਨਾਲ ਕੀ ਝਗੜਾ ਕਰਦੇ ਹੋ? ਸੁਣਿਓ, ਗ੍ਰੰਥੀ ਸੰਦੋਖੀ ਜੇ ਭਗਤੀ ਕਰਨ ਵਾਲੇ ਲੋਕ ਚੇਲਿਆਂ ਕੋਲੇ ਆਏ ਤੇ ਚੇਲਿਆਂ ਨਾਲ ਝਗੜਾ ਕਰ ਰਹੇ ਨੇ। ਕੀ ਕਰ ਰਹੇ ਨੇ ਭਾਈ? ਚੇਲਿਆਂ ਦੇ ਨਾਲ ਝਗੜਾ ਕਰ ਰਹੇ ਨੇ। ਧਿਆਨ ਨਾਲ ਸੁਣਿਓ, ਜਦੋਂ ਝਗੜਾ ਕਰ ਰਹੇ ਨੇ ਉਹਨਾਂ ਵਿੱਚ ਯਿਸੂ ਮਸੀਹ ਵੀ ਲਓ। ਚੇਲਿਆਂ ਨੇ ਯਿਸੂ ਮਸੀਹ ਨੂੰ ਪ੍ਰਣਾਮ ਕੀਤਾ। ਯਿਸੂ ਮਸੀਹ ਨੇ ਪੁੱਛਿਆ, ਕੀ ਝਗੜਾ ਇਹਨਾਂ ਨਾਲ ਕਰਦੇ ਹੋ? ਹਾਂ, ਹੁਣ ਅੱਗੇ ਚੱਲੀਏ। ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੁੰਗੀ ਨੂੰ ਚਿੰਬੜੀ ਹੋਈ ਹੈ ਜੀ ਤੇਰੇ ਕੋਲ ਲਿਆਇਆ, ਔਰ ਉਹ ਜਿੱਥੇ ਕਿਤੇ ਉਹਨੂੰ ਪੜਦੀ ਹੈ ਉਸ ਨੂੰ ਭਟਕਾ ਦਿੰਦੀ ਹੈ
ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਦਰਅਸਲ ਮੇਰੇ ਗੱਲ ਸ਼ਾਇਦ ਹਿੰਦੀ ਵਿੱਚ ਕੁਝ ਕਲੀਅਰ ਹੋਵੇ। ਦਰਅਸਲ ਯਿਸੂ ਮਸੀਹ ਨੂੰ ਕਹਿ ਰਿਹਾ ਕਿ ਇਹ ਆਦਮੀ ਕਿ ਮੇਰੇ ਪੁੱਤਰ ਨੂੰ ਦੁਸ਼ਟ ਆਤਮਾ ਨੇ ਫੜਿਆ ਹੋਇਆ ਆ ਤੇ ਮੈਂ ਤੇਰੇ ਚੇਲਿਆਂ ਕੋਲ ਲੈ ਕੇ ਆਇਆ। ਇੱਥੇ ਇਦਾਂ ਲਿਖਿਆ ਕਿ ਤੇਰੇ ਕੋਲ ਲੈ ਕੇ ਆਇਆ, ਇਦਾਂ ਲਿਖਿਆ। ਉਹ ਨਹੀਂ ਹਲੇ ਤੱਕ। ਅੱਛਾ ਠੀਕ ਹੈ, ਪੜ੍ਹੀਏ ਅੱਗੇ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਹਾਂ ਜੋ ਉਹ ਉਹਨੂੰ ਕੱਢ ਦੇਣ, ਜੀ। ਪਰ ਉਹ ਨਾ ਕੱਢ ਸਕੇ। ਉਸਨੇ ਉਹਨੂੰ ਉੱਤਰ ਦਿੱਤਾ, ਇਹ ਬੇਪਰਤੀਤ ਪੀੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ। ਬੇਪਰਤੀਤੀ ਦੇ ਕਾਰਨ ਅਜਿਹਾ ਨਹੀਂ ਹੋ ਸਕਦਾ। ਹੇ ਬੇਪਰਤੀਤ ਪੀੜੀ, ਮੈਂ ਕਦ ਤੀਕਰ ਤੁਹਾਡੇ ਨਾਲ ਰਹਾਂਗਾ ਤੇ ਤੁਹਾਡੀ ਸਹਾਂਗਾ। ਪਰ ਦਰਅਸਲ ਵਿਚਾਰੇ ਸਟੋਰੀ ਕੀ ਹੈ, ਅੱਗੇ ਚੱਲਦੇ ਹਾਂ, ਪੜ੍ਹੀਏ। ਕਦ ਤੋੜੀ ਸਹਾਂਗਾ, ਉਸ ਨੂੰ ਮੇਰੇ ਕੋਲ ਲਿਆਓ। ਉਹਨੂੰ ਮੇਰੇ ਕੋਲ ਲੈ ਕੇ ਆਓ, ਯਿਸੂ ਮਸੀਹ ਨੇ ਆਖਿਆ। ਉਹ ਕਿਹਨੂੰ ਲੈ ਕੇ ਆਓ ਭਾਈ? ਜਿਹੜਾ ਬਿਮਾਰ ਆ, ਜਿਹਨੂੰ ਦੁਸ਼ਟ ਆਤਮਾ ਨੇ ਫੜਿਆ, ਜਿਹੜਾ ਮਿਰਗੀ ਵਾਲਾ ਆ, ਉਹਨੂੰ ਮੇਰੇ ਕੋਲ ਲੈ ਕੇ ਆਓ, ਪੜ੍ਹੀਏ। ਉਹ ਉਹਨੂੰ ਉਸਦੇ ਕੋਲ ਲਿਆਏ। ਉਹਦੇ ਕੋਲ ਲਿਆਏ। ਜਾਂ ਉਹਨੇ ਉਹਨੂੰ ਵੇਖਿਆ ਤਾਂ ਉਸ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਵੇਂ ਉਹ ਪੁੰਜੇ ਡਿੱਗ ਪਿਆ ਜੀ। ਪਰ ਝੱਗ ਛੱਡਦਾ ਹੋਇਆ ਲੇਟਣ ਲੱਗਾ। ਧਿਆਨ ਨਾਲ ਸੁਣਿਓ, ਪੜ੍ਹੀਏ। ਉਸਨੇ ਉਹਦੇ ਪਿਓ ਨੂੰ ਪੁੱਛਿਆ, ਉਹਨੇ ਉਹਦੇ ਪਿਓ ਨੂੰ ਪੁੱਛਿਆ ਕਿੰਨੇ ਕੁ ਚਿਰ ਤੋਂ ਇਹਨੂੰ ਇਦਾਂ ਚੱਲ ਰਿਹਾ ਭਾਈ? ਕਿੰਨੇ ਕੁ ਚਿਰ ਤੋਂ ਇਹਨੂੰ ਇਦਾਂ ਚੱਲ ਰਿਹਾ, ਇਦਾਂ ਹੋ ਰਿਹਾ? ਪੜ੍ਹੀਏ। ਉਹ ਬੋਲਿਆ, ਹਾਂ, ਛੋਟੇ ਹੁੰਦਿਆਂ ਤੋਂ ਹੀ। ਅਤੇ ਕਈ ਵਾਰੀ ਉਸਨੇ ਇਹਨੂੰ ਅੱਗ ਵਿੱਚ ਔਰ ਪਾਣੀ ਵਿੱਚ ਵੀ ਸੁੱਟਿਆ ਹੈ ਭਈ ਇਹਦਾ ਨਾਸ਼ ਕਰੇ ਜੀ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਉਹ ਤੁਹਾਡੇ ਉੱਤੇ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਧਿਆਨ ਨਾਲ ਸੁਣਿਓ। ਹੁਣ ਇਸ ਆਦਮੀ ਦੀ ਲਹਿੰਗੀਓ ਦੇਖੋ। ਇਹ ਆਦਮੀ ਕਹਿ ਰਿਹਾ ਹੈ ਕਿ ਮੈਂ ਤੁਹਾਡੇ ਕੋਲ ਲੈ ਕੇ ਆਇਆ ਆ, ਮੈਂ ਬੜਿਆਂ ਬਾਬਿਆਂ ਤੇ ਲੈ ਗਿਆ, ਬੜੇ ਚੇਲਿਆਂ ਤੇ ਲੈ ਗਿਆ, ਮੈਂ ਬੜਿਆਂ ਪਾਸਟਰਾਂ ਕੋਲ ਲੈ ਗਿਆ, ਹੁਣ ਤੁਹਾਡੇ ਕੋਲ ਲੈ ਕੇ ਆਇਆ। ਜੇ ਤੁਸੀਂ ਜੇ ਨਹੀਂ ਚੱਲਣੀ ਹੈ। ਯਿਸੂ ਮਸੀਹ ਖੁਦ ਕਹਿ ਰਿਹਾ। ਹਾਲੇਲੂਇਆ। ਇਹਨਾਂ ਦੇ ਪਾਸਟਰ ਨੇ ਤੇ ਬੜੀਆਂ ਪ੍ਰਾਰਥਨਾਵਾਂ ਕਰਕੇ ਵੇਖ ਲਈਆਂ, ਤੁਸੀਂ ਜੇ ਕਰ ਸਕਦੇ ਹੋ। ਹਾਂਜੀ, ਪੜ੍ਹੀਏ। ਯਿਸੂ ਨੇ ਉਹਨੂੰ ਆਖਿਆ, ਯਿਸੂ ਮਸੀਹ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ। ਪ੍ਰਤੀਤ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ। ਜਾਣੀ ਕਿ ਯਿਸੂ ਮਸੀਹ ਉਸ ਆਦਮੀ ਦੇ ਅੰਦਰੋਂ ਜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਤੈਨੂੰ ਬਾਹਰ ਕੱਢਣੀ ਪੈਣੀ ਹੈ, ਜੇ ਸਾਈਡ ਕਰਕੇ ਤੇ ਤੁਹਾਨੂੰ ਓਨਲੀ ਪ੍ਰਤੀਤ ਕਰਨੀ ਪੈਣੀ। ਹਾਲੇਲੂਇਆ। ਉਹਨੇ ਆਖਿਆ ਪ੍ਰਤੀਤ ਕਰਨ ਵਾਲੇ ਵਾਸਤੇ ਸਾਰਾ ਕੁਝ ਹੋ ਸਕਦਾ। ਆਮੀਨ। ਪ੍ਰਤੀਤ ਕਰਨ ਵਾਲੇ ਦੇ ਵਾਸਤੇ ਸਾਰਾ ਕੁਝ ਹੋ ਸਕਦਾ ਆ। ਪੜ੍ਹੀ ਅੱਗੇ ਥੋੜਾ। ਉਸੇ ਵੇਲੇ ਉਸ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਉੱਚੀ ਆਵਾਜ਼ ਨਾਲ ਕਹਿਣ ਲੱਗਿਆ, ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪਰਤੀਤੀ ਦਾ ਉਪਾਅ ਕਰੋ। ਹਾਲੇਲੂਇਆ। ਭਾਈ ਜਿੰਨਾ ਚਿਰ ਤੱਕ ਤੇਰੇ ਅੰਦਰ ਬੇਪਰਤੀਤੀ ਹੈ, ਤੇਰੀ ਜੇ ਜਿਹੜੀ ਹੈ ਬੇਪਰਤੀਤੀ ਨੂੰ ਬਿਆਨ ਕਰਦੀ ਹੈ। ਮੈਂ ਦਵਾਈਆਂ ਖਵਾ ਕੇ ਬੜੀਆਂ ਦੇਖ ਲਈਆਂ, ਮੈਂ ਇਹ ਕਰਕੇ ਉਹ ਕਰਕੇ ਦੇਖ ਲਿਆ। ਜੇ ਤੁਸੀਂ ਹਾਲੇਲੂਇਆ ਜੇ ਹੈ ਤੇ ਫਿਰ ਉਹ ਬੰਧਨ ਵੀ ਉੱਥੇ ਹੀ ਹੈ। ਜੇ ਖਤਮ ਹੋ ਗਈ ਤੇ ਫਿਰ ਛੁਟਕਾਰਾ ਆ ਗਿਆ। ਆਮੀਨ। ਧਿਆਨ ਨਾਲ ਸੁਣਿਓ। ਇੱਥੇ ਵਿਸ਼ਵਾਸ ਕਰਨਾ ਕਿਹਨੂੰ ਪੈਣਾ ਹੈ? ਉਹ ਤੇ ਆਦਮੀ ਨੂੰ ਮਿਰਗੀ ਦਾ ਦੌਰਾ ਪਿਆ, ਉਹਨੂੰ ਤੇ ਦੁਸ਼ਟ ਆਤਮਾ ਨੇ ਜਕੜਿਆ ਹੋਇਆ ਹੈ। ਸਮਝ ਆ ਰਹੀ ਹੈ? ਸਮਝ ਆ ਰਹੀ ਹੈ? ਉਹ ਵਿਸ਼ਵਾਸ ਤਾਂ ਕੀ ਕਰੇਗਾ? ਉਹਦੀ ਤੇ ਹੋਸ਼ ਹੈ ਨਹੀਂ। ਉਹ ਤਾਂ ਲੇਟ ਰਿਹਾ ਵਾ ਥੱਲੇ। ਦੇਖਿਆ ਨਾ ਬਦਰੂਆਂ ਨੇ ਕੀ ਕੀਤਾ? ਉਹਨੂੰ ਤਰੋੜਿਆ ਮਰੋੜਿਆ ਤੇ ਧਰਤੀ ਉੱਤੇ ਸੁੱਟ ਦਿੱਤਾ ਹੈ। ਸਮਝ ਆ ਰਹੀ ਹੈ? ਕਿ ਉਹ ਵਿਸ਼ਵਾਸ ਕਰੇਗਾ? ਨਹੀਂ। ਫਿਰ ਯਿਸੂ ਮਸੀਹ ਉੱਤੇ ਵਿਸ਼ਵਾਸ ਕਿਹਨੂੰ ਕਰਨਾ ਪੈਣਾ? ਉਹਦੇ ਬਾਪ ਨੂੰ, ਉਹਦੇ ਸੀਨੀਅਰ ਨੂੰ, ਉਹਦੇ ਮਾਂ ਪਿਓ ਨੂੰ।
नबी ने फरमाया बच्चे की चंगियाई के वास्ते बच्चे के माँ प्यो को विश्वास करना पैना है। और बच्चा विश्वास नहीं कर सकता है, बच्चे के माँ बाप को विश्वास करना पैना है। जे बच्चे के माँ बाप का विश्वास नहीं है उसे चंगियाई नहीं है। जे माँ बाप का विश्वास नहीं है उसे मराइकल नहीं है। हालेलुया हालेलुया। सानू पता है, मैं विश्वास की गल कर रहा। ऐसे घर दे विच भैन दा बेटा रोशन सी। रोशन बेटा यही है ना, सिर ते जख्म सी, इत्थे चमड़ी गली हुई सी, उत्तों ऐदा ही सीगा। भैन डॉक्टरां दे कोल गए और मेरे ख्याल दवाई थोड़ी स्ट्रोंग सीगी, महंगी सीगी। उस समय दे विच कारोबार भी इदां दा कोई प्रचलित नहीं सी। और डॉक्टर ने लगातार कुछ समय दवाई खवाउण वास्ते कहा, लेकिन भैन का विश्वास सी कि जे मैं भाई को प्रार्थना करवा लवां ये ठीक हो जाए। कि मेरे नाल हो कि भैन इस तरह है। कुछ समय अपने हस्बैंड के कारण प्रेयर दे नहीं आ पाए, लेकिन विश्वास सी। और एक दिन दूसरे रूम दे विच सी, भैन अपने बच्चे नूं फड़ के लै गई और प्रेयर की और प्रार्थना करने तो बाद फिर दोबारा दवाई लियांदी। हालेलुया। भैन कहंदे फिर दवाई नहीं लियांदी और सिर बिल्कुल ठीक है। विश्वास एक बार की गल है। भैन हुणां वास्ते चर्च जाण दा रस्ता मार्ग अजे खुलिया नहीं सी। इन्हां दे मदर बीमार सीगे और एक बार इन्होंने इत्थे मंगाया, प्रेयर करवाई और प्रेयर करवाउण तो बाद ये उन्होंने चर्च विच भेज देंदे रहे ने। मैनूं याद है। हालेलुया हालेलुया। और भैन दी इन्हां दे जिहड़े मदर सीगे हुण तो वो धरती तो चले गए और उन्हां दी याददाश्त चली गई। उस समय उन्हां दी याददाश्त चली गई और प्रेयर करवाई, चर्च भेजते रहे और उन्होंने याददाश्त वापस आ गई। इदां ही है, रिस्पॉन्स दे रहे हो। हालेलुया। और इथों चले गए वापस और बंदगी ते आउण दा उन्होंने प्रण किया है, पर वो 15 दिन बाद, महीने बाद अमृतसर तो नहीं आ सकते सी, नहीं आ पाए। और कुछ समय बाद फिर वो बीमार हो गए। हुण भैन चर्च आउंदे नहीं सी, लेकिन भैन का विश्वास सी कि जे भाई प्रेयर करनगे तो चंगी हो जाएगी। हालेलुया। पर भैन दे लई चर्च जाण दा जे मार्ग खुलिया नहीं सी, आप नहीं आ सकते सी लैके, लेकिन उन्होंने कली नूं भेज दिंदे सी। मैं किते गया होया सी और भैन ने मैनूं फोन ते कहा कि भाई मैं मम्मा नूं चर्च भेजना वा, प्रेयर करियो। तो मैं जवाब दिता, मैं कहा भैन किसी डॉक्टर को लै जाओ, किसी होर पास्टर दे कोल लै जाओ। याद है भैन? याद है? हालेलुया। मैं कोई झूठ नहीं कह रहा, भैन साढ़े सामने बैठे ने। किसी पास्टर दे कोल लै जाओ, प्रेयर करवा लो। तुसी किते कहंदी भाई मैं किसी डॉक्टर तो नहीं लैके जाना, मैं किसी पास्टर तो नहीं लैके जाना, मैं तो तुहाडे कोलों ही प्रेयर करवाऊंगी। हालेलुया। तो भैन का विश्वास सी। चलो खैर आए, प्रेयर की, खुदा ने फिर उन्होंने चंगियाई दी शुरू करा दी। इदां ही है भैन। हालेलुया। विश्वास है, बिन विश्वास मराइकल नहीं है। ता जाके यीशु मसीह ने आख्या तुहाडा मन व्याकुल ना हो, तुम खुदा पर विश्वास रखते हो, मुझ पर भी। हालेलुया। यीशु मसीह कहंदा खुदा ते विश्वास तुसी करदे हो, मेरे उत्ते भी विश्वास करो। समझ आ रही है? खुदा बरकत है। इदां दे होर कई खुदा का कोई कारण है कि खुदा मैनू ये प्रचार करन दे लई अज प्रेरणा दे रहा है। ध्यान नाल गौर करियो। पिछले समय दे विच असीं कई लोग जानते हाँ गोसल पिंड दे विच
ਭਾਈ ਮੰਗੇ ਹੋਣੀ ਹੈ, ਤੋ ਸਮਾਂ ਚਰਚ ਵਿੱਚ ਆਉਂਦੇ ਰਹੇ ਨੇ। ਉਹਦਾ ਭਾਈ ਮੰਗੇ ਨੇ ਪਾਪਾਂ ਦੀ ਮਾਫੀ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਵੀ ਲਿਆ ਹੋਇਆ ਹੈ, ਔਰ ਚਰਚ ਮਿਸ ਹੋਣ ਕਰਕੇ ਉਹ ਥੋੜਾ ਪਿੱਛੇ ਚਲਾ ਗਿਆ, ਲੇਕਿਨ ਵਿਸ਼ਵਾਸ ਉਹਦਾ ਅਜੇ ਤੱਕ ਵੀ ਟਿਕਿਆ ਹੋਇਆ, ਕਿਉਂਕਿ ਸਾਡੀ ਸਿੱਖਿਆ ਥੋੜੀ ਸਖਤ ਹੈ। ਚੱਲਣ ਦੀ ਕੋਸ਼ਿਸ਼ ਤਾਂ ਕਰਦੇ ਨੇ, ਉਹਦੀ ਪਤਨੀ ਹੋਰ ਵੀ ਮੰਨਦੇ ਨੇ ਕਿ ਸੱਚਾਈ ਇਹੀ ਹੈ। ਹਾਲੇਲੂਇਆ, ਹਾਲੇਲੂਇਆ। ਪਰ ਕਈਆਂ ਦੇ ਲਈ ਚੱਲਣਾ ਕੀ ਸਮਝਦੇ ਨੇ ਪਈ ਔਖਾ ਹੈ। ਹੁਣ ਜਦੋਂ ਕਿਤੇ ਬੰਦਗੀ ਕਰਵਾਉਂਦੇ ਨੇ ਜਾਂ ਕੋਈ ਬੱਚੇ ਦਾ ਜਨਮ ਦਿਨ ਕਰਾਉਂਦੇ ਨੇ ਤੇ ਉਹ ਬੰਦਗੀ ਕਿਸੇ ਹੋਰ ਤੋਂ ਕਰਵਾ ਲੈਂਦੇ, ਪਰ ਜਦ ਪ੍ਰੇਰ ਦੀ ਲੋੜ ਆਉਂਦੀ ਹੈ ਤਾਂ ਉਹਨਾਂ ਦਾ ਵਿਸ਼ਵਾਸ ਆ। ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਮੁੰਡੇ ਨੂੰ ਸ਼ੈਤਾਨੀ ਅਟੈਕ ਹੋਇਆ। ਕੁਝ ਗੱਲਾਂ ਉਹਦੀ ਪਤਨੀ ਨੇ ਮੇਰੀ ਪਤਨੀ ਨਾਲ ਕੀਤੀਆਂ, ਦੱਸਿਆ ਹੈ ਕਿ ਇੱਕ ਦਿਨ ਉਹ ਮੁੰਡਾ ਤਕਰੀਬਨ 9-10 ਸਾਲ ਦਾ ਹੋਊਗਾ, ਨਹੀਂ ਘੱਟ ਹੈ। 6 ਸਾਲ ਕੁੜੀ ਆ 11 ਸਾਲ। ਅੱਛਾ, ਚਲੋ ਸੇਧ ਵਿੱਚ ਥੋੜਾ ਉੱਤੇ ਹੈ। ਕਿਸੇ ਮੋਟਰ ਤੇ ਆਪਣੀ ਦਾਦੀ ਦੇ ਨਾਲ ਨਹਾਉਣ ਵਾਸਤੇ ਗਿਆ, ਔਰ ਬੈਠੇ ਉੱਤੇ ਮੱਗ ਦੇ ਪਾਣੀ ਪਈ ਜਾਂਦੇ ਨੇ, ਮੱਗ ਨਾਲ ਪਾਣੀ ਉਹਦੇ ਉੱਤੇ ਪਈ ਜਾਂਦਾ ਹੈ ਆਟੋਮੈਟਿਕਲੀ। ਉਹ ਆਪਣੀ ਦਾਦੀ ਨੂੰ ਕਹਿੰਦਾ ਹੈ ਕਿ ਬੀਬੀ ਤੂੰ ਮੇਰੇ ਤੇ ਪਾਣੀ ਪਾ ਰਹੀ ਹੈ ਮੱਗ ਭਰ ਭਰ ਕੇ, ਤੇ ਉਹ ਸਮਝ ਗਈ ਸੀ ਤੇ ਕਹਿੰਦੀ ਹਾਂ ਮੈਂ ਪਾ ਰਹੀ ਹਾਂ। ਬਿਮਾਰ ਹੋ ਗਿਆ, ਖਾਂਸੀ ਆਉਣੀ ਸ਼ੁਰੂ ਹੋ ਗਈ, ਇੱਦਾਂ ਉੱਦਾਂ ਵਗੈਰਾ ਬੁਖਾਰ, ਔਰ ਰਾਤ ਨੂੰ ਨੀਂਦ ਵੀ ਨਹੀਂ ਆਉਣੀ। ਰਾਤ ਨੂੰ ਉਹਨੇ ਦੱਸਿਆ ਕਿ ਭੈਣ ਨੇ ਕਹਿੰਦਾ ਕਿ ਮੈਨੂੰ ਝਾਂਜੜਾਂ ਦੀ ਜਿਹੜੀ ਹੈ ਉਹ ਆਵਾਜ਼ ਸੁਣਾਈ ਦਿੰਦੀ ਹੈ। ਆਗੇ ਲੈ ਕੇ ਪ੍ਰੇਰ ਦੇ ਲਈ ਔਰ ਪ੍ਰਾਰਥਨਾ ਕੀਤੀ, ਔਰ ਖੁਦਾ ਦਾ ਰਹਿਮ ਆ ਕਿ ਉੱਦਾਂ ਤੋਂ ਉਹ ਮੁੰਡਾ ਠੀਕ ਹੈ। ਸਮਝ ਆ ਰਹੀ ਹੈ? ਹਾਲੇਲੂਇਆ। ਵਿਸ਼ਵਾਸ ਹੈ। ਪਹਿਲੇ ਸਮਿਆਂ ਦੇ ਵਿੱਚ ਜਦੋਂ ਪੂਜਾ ਦੇ ਨਾਲ ਮਰਾਈਕਲ ਹੋਇਆ, ਖੁਦਾ ਨੇ ਉਹਨਾਂ ਨੂੰ ਛੁਟਕਾਰਾ ਦਿੱਤਾ ਹੈ। ਔਰ ਉਸ ਸਮੇਂ ਦੇ ਵਿੱਚ ਇੱਕ ਕੁੜੀ ਸੀਗੀ ਜਿਹੜੀ, ਕਿਹੜਾ ਪਿੰਡ ਸੀਗਾ ਭਾਈ ਸੈਂਡੀ? ਡੇਰੀਵਾਲ ਪਿੰਡ। ਉੱਥੇ ਇੱਕ ਕੁੜੀ ਸੀਗੀ ਜਿਹੜੀ ਜਿਹਦੇ ਸਾਹ ਹੀ ਚੱਲਦੇ ਸੀਗੇ, ਅੱਖਾਂ ਵੀ ਨਹੀਂ ਸੀ ਚੱਲਦੀਆਂ। ਇੱਦਾਂ ਹੀ ਆ ਭਾਈ। ਹਾਲੇਲੂਇਆ। ਬਸ ਉਹਨਾਂ ਨੂੰ ਉੱਥੇ ਕੁਝ ਗਵਾਈਆਂ ਹੋਈਆਂ, ਔਰ ਉਹਨਾਂ ਦਾ ਗੋਸਲ ਵਾਲੇ ਮੰਗੇ ਭਾਈ ਉਹਨਾਂ ਦਾ ਵਿਸ਼ਵਾਸ ਬਣਿਆ, ਔਰ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਸੀ ਉਹ ਕੁੜੀ, ਔਰ ਉਹਨਾਂ ਨੇ ਉੱਥੇ ਫੋਨ ਕੀਤਾ ਕਿ ਭਾਈ ਨੇ ਇੱਦਾਂ ਇੱਦਾਂ ਇੱਥੇ ਕੁਝ ਮਰਾਈਕਲ ਹੋਏ ਨੇ। ਉਹਨਾਂ ਦਾ ਵਿਸ਼ਵਾਸ ਬਣਿਆ, ਔਰ ਇੱਕ ਦਿਨ ਉਹਨਾਂ ਨੇ ਸਾਨੂੰ ਫੋਨ ਕੀਤਾ ਹੈ, ਉਸ ਦਿਨ ਤੇ ਉਹ ਕੁੜੀ ਦਾ ਲਾਸਟ ਸੀ। ਗੱਲ ਮੈਂ ਵਿਸ਼ਵਾਸ ਦੀ ਗੱਲ ਕਰ ਰਿਹਾ। ਹਾਲੇਲੂਇਆ। ਔਰ ਮੈਂ ਕਹਿ ਰਿਹਾ ਭਾਈ ਮੇਰਾ ਟਾਈਮ ਨਹੀਂ ਹੈ, ਅੱਜ ਸਾਡੇ 2 ਮੀਟਿੰਗਾਂ ਨੇ, ਅਸੀਂ ਬਪਤਿਸਮੇ ਦੇਣ ਜਾਣਾ ਹੈ। ਉਹਨਾਂ ਦਾ ਇੰਨਾ ਪਾਗਲ ਵਿਸ਼ਵਾਸ ਸੀਗਾ, ਉਹ ਕਹਿਣ ਲੱਗੇ, ਕਹਿੰਦੇ ਭਾਈ ਜੇ ਤੁਸੀਂ ਨਹੀਂ ਆਉਣਾ ਅਸੀਂ ਗੱਡੀ ਕਰਾ ਕੇ ਇੱਥੇ ਲੈ ਆਉਣ ਲੱਗੇ ਹਾਂ। ਹਲੋ। ਔਰ ਮੈਂ ਸੋਚਿਆ ਕਿ ਇੱਥੇ ਲੈਣ ਦਾ ਤੇ ਸਾਡਾ ਟਾਈਮ ਕਾਫੀ ਖਰਾਬ ਹੋਵੇਗਾ। ਅਸੀਂ ਉਹਨਾਂ ਨੂੰ ਕਿਹਾ ਰੁਕੋ ਅਸੀਂ ਆ ਜਾਂਦੇ ਹਾਂ। ਤੋ ਮੈਂ, ਇੱਕ ਭਾਈ ਮੰਗਾ ਸੀ, ਇੱਕ ਭਾਈ ਰਫੀਕ ਸੀ ਤੇ ਇੱਕ ਭਾਈ ਸੈਂਡੀ ਸੀ, ਸਾਡੇ ਸਾਹਮਣੇ ਬੈਠੇ ਨੇ। ਅਸੀਂ ਗਏ, ਔਰ ਇਹ ਉਸ ਕੁੜੀ ਦੇ ਹਾਲਾਤ ਜਾਣਦੇ ਨੇ। ਖੁਦਾ ਨੇ ਉਹਨੂੰ ਚੰਗਿਆਈ ਦਿੱਤੀ, ਅੱਜ ਤੰਦਰੁਸਤ ਹੈ। ਹਾਲੇਲੂਇਆ, ਆਮੀਨ। ਵਿਸ਼ਵਾਸ ਕਰਨਾ ਪੈਣਾ। आओ जल्दी जल्दी 1-2 हवाला और पढ़ दईए। गवाहियाँ तो बहुत ने, पर समा गवाहियाँ देंदा ही नहीं है। हाँ जी। और उसने कहा बचपन से, उन्हें आख्या कि ये दुष्ट आत्मा ने इनू बचपन तो ही फड़िया होया आ। उसने उसे नाश करने के लिए कभी आग में और कभी पानी में गिराया। उस दुष्ट आत्मा ने, बाप कह रहा, इस दुष्ट आत्मा ने ਇਹਨੂੰ ਨਾਸ਼ ਕਰਨ ਵਾਸਤੇ ਕਈ ਵਾਰੀ ਅੱਗ ਵਿੱਚ ਤੇ ਕਈ ਵਿੱਚ ਪਾਣੀ ਵਿੱਚ ਡਿੱਗਿਆ। परंतु यदि तू कुछ कर सके, जदि जे तू कुछ कर सके तो हम पर
तरस खाकर ਤੇ ਹਮ हमारा- ਪਰ ਸਾਡੇ ਤੇ ਤਰਸ ਖਾ ਕੇ हम पर उपकार कर। ਸਾਡੇ ਤੇ ਇਹ ਉਪਕਾਰ ਕਰ। यीशु ने उनसे कहा, ਯਿਸੂ ਮਸੀਹ ਨੇ ਉਹਨੂੰ ਆਖਿਆ, यदि तू कर सकता है ਜਦੀ ਤੂੰ ਕਰ ਸਕਤਾ ਹੈ, ये क्या बात है। ये क्या बात है। हालेलुया हालेलुया, हालेलुया। हालेलुया। ये जदी तू कर सकता है, ये क्या बात है। विश्वास करने वाले के लिए सब कुछ विश्वास करने वाले के लिए सब कुछ हो सकता है। हो सकता है। आमीन। ਹਾਲੇਲੂਇਆ। ਜੇ ਕੋਈ ਔਰਤ ਵਿਆਹੀ ਹੈ, ਉਹਦੇ ਹਸਬੈਂਡ ਨੂੰ ਵੀ ਵਿਸ਼ਵਾਸ ਕਰਨਾ, ਉਹਦੇ ਪਤੀ ਨੂੰ ਵਿਸ਼ਵਾਸ ਕਰਨਾ ਪੈਣਾ। ਜੀ ਮੇਰੀਓ ਭੈਣੋ ਮੇਰੇ ਭਰਾ, ਹਾਲੇਲੂਇਆ। ਜੇ ਕੋਈ ਬੱਚਾ ਹੈ, ਉਹਦੇ ਮਾਂ ਪਿਓ ਨੂੰ ਵੀ ਵਿਸ਼ਵਾਸ ਕਰਨਾ ਪੈਣਾ। ਜੀ ਬੱਚਾ ਵਿਸ਼ਵਾਸ ਨਹੀਂ ਕਰ ਪਾਏਗਾ, ਬੱਚੇ ਦੇ ਮਾਂ ਪਿਓ ਨੂੰ ਵਿਸ਼ਵਾਸ ਕਰਨਾ ਪੈਣਾ। ਹਾਂਜੀ ਪੜ੍ਹੀਏ। बालक के पिता ने तुरंत पुकार कर कहा, हाँ जी। हे प्रभु, हम्म। मैं विश्वास करता हूँ, मैं विश्वास करता हूँ, मेरे अविश्वास का उपाय कर। मेरी बेप्रतीति का इलाज कर। चुप गया। इसलिए मेरी भैनों मेरे भराओ, जब तुसी प्रेर दे लई आओ, विश्वास होना बड़ा, खुदा ते विश्वास करते ही हो, पर जिदे कोलों तुसी प्रेर करवाउण चले हो, ਉਹਦੇ ਉੱਤੇ ਤੁਹਾਡਾ ਵਿਸ਼ਵਾਸ ਹੋਣਾ ਬੜਾ। जिस बच्चे लिए प्रार्थना करवानी है, उस बच्चे के माँ बाप का विश्वास होना बड़ा जरूरी है। उन्होंने विश्वास उन्होंने चंगा करता है। आमीन, हालेलुया। जिस दवाई ते तुहाडा विश्वास नहीं, तुहानू दवाई चंगा नहीं करेगी। जिस पास्टर ते तुहाडा विश्वास नहीं, तुसी लख प्रार्थना करवा लो, तुसी चंगियाई नहीं पाओगे। जी तुहानू उस पास्टर ते विश्वास करना पैना आ कि खुदा दा जन आ, ਇਹਦੇ प्रार्थना करवाउण द्वारा मैं चंगी हो जावांगी, मैं चंगा हो जावांगा, मेरा बच्चा चंगा हो जाएगा, मेरा फलाना ठीक हो जाएगा, छुटकारा पा जाएगा। जिस तरीके नाल पैन ने विश्वास रखा, मैं प्रार्थना करवावांगी तो ठीक हो जाएगा। खुदा ने उस विश्वास के अनुसार किया। मैं कुछ नहीं किया, मैं तो प्रार्थना की। चंगा थोड़ा किया, मैं कोई दवाई थोड़ी, ये तो इंसान का विश्वास है। आओ देखते हैं मरकुस 5:25। जल्दी जल्दी पढ़ दईए और समाप्त करिए। तद एक जनानी हाँ जी, जिन्हों 12 वरियां तो लहू आंदा सी, हाँ जी और जिन बहुत हकीमां दे हाथों वड्डा दुख पाया पढ़िए। ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ, हाँ जी, ਪਰ ਕੁਝ ਵੀ ਆਰਾਮ ਨਾ ਪਾਇਆ, ਸਗੋਂ ਦਾ ਹੋਰ ਵੀ ਮਾੜਾ ਹਾਲ ਹੋ ਗਿਆ। जी ਉਹ ਯਿਸੂ ਦੀ ਖਬਰ ਸੁਣ ਕੇ ਪੇੜੇ ਪਿੱਛੋਂ ਦੀ ਹੋ ਕੇ ਆਈ ਅਤੇ ਉਹਦਾ ਕੱਪੜਾ ਛੂ ਲਿਆ, ਕਿਉਂ ਜੋ ਉਸਨੇ ਆਖਿਆ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। हालेलुया। ਇਹਨੇ ਕਿਦਾਂ ਦਾ ਵਿਸ਼ਵਾਸ ਰੱਖਿਆ? ਕਿਹਦੇ ਕੱਪੜੇ ਨੂੰ ਛੂ ਲਵਾਂ? ਆਮੀਨ ਆ, ਹਾਲੇਲੂਇਆ, ਹਾਲੇਲੂਇਆ। ਹੁਣ ਖੁਦਾ ਤੇ ਤਾਂ ਇਹ ਵੀ ਵਿਸ਼ਵਾਸ ਕਰਦੀ ਹੋਵੇਗੀ, ਮੈਂ ਕਲਪਨਾ ਕਰਦਾ ਆ, ਪਰ ਉਹਦੇ ਭੇਜੇ ਹੋਏ ਦੇ ਉੱਤੇ ਹੁਣ ਵਿਸ਼ਵਾਸ ਇਹਨੇ ਕਿਹਦੇ ਤੇ ਕੀਤਾ? ਉਹਦੇ ਭੇਜੇ ਹੋਏ ਦੇ, ਉਹਦੇ ਭੇਜੇ ਹੋਏ ਦੇ ਚੇਲਿਆਂ ਉੱਤੇ ਕਈਆਂ ਦਾ ਕਿਦਾਂ ਦਾ ਵਿਸ਼ਵਾਸ ਸੀ। ਹਾਲੇਲੂਇਆ। ਬਾਈਬਲ 'ਚ ਲਿਖਿਆ ਹੈ, ਲੋਕ ਬਿਮਾਰਾਂ ਨੂੰ ਲਿਆਉਂਦੇ ਸੀ, ਗਲੀਆਂ ਦੇ ਵਿੱਚ ਲੈ ਆਉਂਦੇ ਸੀ। ਸ਼ਾਇਦ ਖੁਦਾ ਦੇ ਜਨ ਦਾ ਕੀ ਪੈ ਜਾਵੇ ਭਾਈ? ਪਰਛਾਵਾਂ, ਕੀ ਪੈ ਜਾਵੇ? ਪਰਛਾਵਾਂ। ਮੇਰੇ ਨਾਲ ਹੋ। ਯੈਸ, ਹਾਲੇਲੂਇਆ। ਹਾਲੇਲੂਇਆ। ਇਹ ਖੁਦਾ ਦਾ ਭੇਜਿਆ ਹੋਇਆ ਜਨ ਹੈ। ਇੱਕ ਗੱਲ ਹੋਰ ਕਰਾਂ, ਅਲੀਸਾ ਤੇ ਸੁਨਮੀ ਤੀਵੀ। ਸੁਨਮੀ ਤੀਵੀ ਨੇ ਆਪਣੇ ਘਰ ਦੇ ਉੱਤੇ ਇੱਕ ਕਮਰਾ ਬਣਾਇਆ, ਕਿਹਦੇ ਲਈ? ਖੁਦਾ ਦੇ ਜਨ ਦੇ ਲਈ। ਤੇ ਕੀ ਰੱਖਿਆ ਉੱਤੇ? ਇੱਕ ਦੀਵਟ ਰੱਖਿਆ, ਟੇਬਲ ਰੱਖਿਆ, ਚਾਰਪਾਈ ਰੱਖੀ, ਚਾਰਪਾਈ ਮੰਜਾ ਰੱਖਿਆ। ਆਮੀਨ ਆ। ਮੰਜੇ ਨੂੰ ਚਾਰਪਾਈ ਵੀ ਕਹਿੰਦੇ ਨੇ। ਜਦੋਂ ਤੋਂ ਮੁੰਡਾ ਬਿਮਾਰ ਹੋਇਆ ਤੇ ਉਹਨੇ ਕੀ ਕੀਤਾ? ਕੀ ਕੀਤਾ? ਉੱਚੀ ਆਵਾਜ਼। ਹਾਲੇਲੂਇਆ। उस चारपाई दे उत्ते जाके लिटाया, जिस चारपाई दे उत्ते, जिस कमरे दे विच, जिस चारपाई दे उत्ते खुदा दा जन लेटदा सी, आराम करदा सी।
ਉਹਨੇ ਉਸ ਬਿਮਾਰ ਬੱਚੇ ਨੂੰ ਉਸ ਚਾਰਪਾਈ ਦੇ ਉੱਤੇ ਲਿਟਾਇਆ। ਹਾਂਜੀ ਮੇਰੇ ਨਾਲ ਹੋ, ਹਾਲੇਲੂਇਆ। ਔਰ ਇਸ ਲਈ ਕਈ ਲੋਕ ਆਪਣੇ ਬਿਮਾਰਾਂ ਨੂੰ ਔਰ ਗਲੀਆਂ ਵਿੱਚ ਲੈ ਆਉਂਦੇ ਸਨ। ਆਏ ਖੁਦਾ ਦੇ ਜਨ ਦਾ ਕਿਤੇ ਪਰਛਾਵਾਂ ਹੀ ਪੈ ਜਾ। ਕੀ ਸੀ ਉਹਨਾਂ ਦਾ ਪਈਏ? ਵਿਸ਼ਵਾਸ। ਚੰਗਿਆਈ ਕਿੱਥੇ ਹੈ? विश्वास से ਆਮੀਨ। ਹੁਣ ਜੇ ਤੇ ਇਹਨਾਂ ਦਾ ਵਿਸ਼ਵਾਸ ਹੁੰਦਾ ਕਿ ਉਹ ਹੱਥ ਰੱਖ ਕੇ ਪ੍ਰਾਰਥਨਾ ਕਰੇ, ਦਿਸ ਰੋਂਗ, ਫਿਰ ਉਹ ਪਰੇਸ਼ਾਨੀ ਨਾਲ ਠੀਕ ਨਹੀਂ ਹੋ ਸਕਦੇ। ਜੇ ਉਹਨਾਂ ਦਾ ਵਿਸ਼ਵਾਸ ਹੋਵੇ, ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਨਹੀਂ ਕੀਤੀ, ਜੇ ਦੂਰੋਂ ਪ੍ਰਾਰਥਨਾ ਕੀਤੀ ਗਈ, ਉਹਨਾਂ ਦਾ ਵਿਸ਼ਵਾਸ ਕੀ ਹੈ? ਇਹੀ ਚੀਜ਼ ਇੱਕ ਵਾਰ ਨੈਮਾਨ ਕੋੜੀ ਨਾਲ ਬੀਤੀ। ਹਾਂਜੀ ਮੇਰੇ ਨਾਲ ਹੋ, ਹਾਲੇਲੂਇਆ। ਨੈਮਾਨ ਕੋੜੀ ਚੰਗਿਆਈ ਲਈ ਲੀਸਾ ਕੋਲ ਚਲਾ ਗਿਆ, ਸ਼ਾਰਟ ਵਿੱਚ ਦੱਸ ਰਿਹਾ। ਔਰ ਅਲੀਸਾ ਨੇ ਕੀ ਆਖਿਆ? ਜਾ ਕੇ ਜਰਦਨ ਵਿੱਚ, ਆਵਾਜ਼ ਨਹੀਂ ਆਈ ਪਿੱਛੋਂ, ਕਿੰਨੀਆਂ ਚੁੰਬੀਆਂ? 7 ਚੁੰਬੀਆਂ ਲਾਲਾ ਜਾ ਕੇ। ਨਿਆਮਾਨ ਕੁੜੀ ਕਹਿੰਦਾ ਜੇ ਮੈਂ ਨਹਾ ਕੇ ਠੀਕ ਹੋਣਾ ਹੋਵੇ, ਸਾਡੇ ਦੇਸ਼ ਵਿੱਚ ਕਿੱਡੇ ਸੋਹਣੀਆਂ ਸੋਹਣੀਆਂ ਨਦੀਆਂ ਨੇ। ਆਮੀਨਿਆ, ਹਾਲੇਲੂਇਆ। ਮੈਂ ਤਾਂ ਸੋਚਦਾ ਸੀ, ਮੇਰਾ ਤਾਂ ਨਿਹਚਾ ਸੀ, ਮੇਰਾ ਤਾਂ ਵਿਸ਼ਵਾਸ ਇਹ ਸੀ ਕਿ ਅੰਦਰੋਂ ਬਾਹਰ ਆਏਗਾ। ਹਲੋ, ਅੰਦਰੋਂ ਬਾਹਰ ਆਏਗਾ ਤੇ ਜਿੱਥੇ ਮੇਰੇ ਕੋੜ ਆ ਨਾ ਬਾਹਾਂ ਤੇ ਆਪਣਾ ਹੱਥ ਫੇਰੇਗਾ, ਮੇਰੇ ਲੱਕ ਉੱਤੇ ਆਪਣਾ ਹੱਥ ਫੇਰੇਗਾ ਕੋੜ ਉੱਤੇ, ਤਾਂ ਮੈਂ ਠੀਕ ਹੋਵਾਂਗਾ। ਕੀ ਸੀ ਉਹਦਾ ਵਿਸ਼ਵਾਸ? ਉਹਦਾ ਇਹ ਵਿਸ਼ਵਾਸ ਸੀ। ਪਰ ਉਹਨੇ ਖੁਦਾ ਦੇ ਜਨ ਦੇ ਕਹੇ ਹੋਏ ਵਚਨ ਉੱਤੇ ਵਿਸ਼ਵਾਸ ਨਹੀਂ ਕੀਤਾ। ਜਿੱਦਾਂ ਦਾ ਆਇਆ ਉਦਾਂ ਦਾ ਹੀ ਵਾਪਸ ਚੱਲਿਆ ਆ। ਮੇਰੇ ਨਾਲ ਹੋ, ਹਾਲੇਲੂਇਆ। ਉਹਨੇ ਖੁਦਾ ਦੇ ਜਨ ਦੇ ਬੋਲੇ ਹੋਏ ਵਚਨ ਦੀ ਕੋਈ ਕਦਰ ਨਹੀਂ ਕੀਤੀ। ਜਿੰਨਾ ਚਿਰ ਤੱਕ ਉਹਨੇ ਖੁਦਾ ਦੇ ਬੰਦੇ ਦੇ ਵਚਨ ਬੋਲੇ ਦੀ ਕਦਰ ਨਹੀਂ ਕੀਤੀ, ਤਦ ਤੱਕ ਉਹ ਚੰਗਾ ਨਹੀਂ। ਜੇ 7 ਚੁੰਬੀਆਂ ਕਿਹਾ ਸੀ, ਉਹਨੂੰ 7 ਚੁੰਬੀਆਂ ਹੀ ਲਾਉਣੀਆਂ ਪੈ। ਹਾਲੇਲੂਇਆ, ਹਾਲੇਲੂਇਆ, ਆਮੀਨਿਆ। ਆਮੀਨ। ਮੈਂ ਕਲਪਨਾ ਕਰਦਾ ਚਲਾ ਗਿਆ ਜਰਦਨ ਤੇ। ਜਦੋਂ ਜਰਦਨ ਤੇ ਚਲਾ ਗਿਆ, ਉਹ ਨਦੀ ਵਿੱਚ ਚਲਾ ਗਿਆ, ਉਹਨੇ 1 ਚੁੰਬੀ ਲਾਈ, ਉਹ ਚੰਗਾ ਨਹੀਂ ਹੋਇਆ। ਤੇ ਕੀ ਕਹਿੰਦਾ ਹੋਵੇਗਾ ਚਾਕਰਾਂ ਨੂੰ? ਮੈਨੂੰ ਤਾਂ ਕੋਈ ਫਰਕ ਨਹੀਂ ਜੇ ਪਿਆ। ਉਹ ਖੁਦਾ ਦੇ ਜਨ ਨੇ 1 ਚੁੰਬੀ ਨਹੀਂ ਸੀ ਕਿਹਾ, ਕਿੰਨੀਆਂ ਕਿਹਾ ਸੀ? ਦੂਜੀ ਲਾਈ, ਫਿਰ ਦੇਖਦਾ ਮੈਂ ਜੇ ਉਦਾਂ ਹੀ ਆ। ਤੀਜੀ ਲਗਾਈ, ਕੋਈ ਫਰਕ ਨਹੀਂ ਹੈ। ਤੀਜੀ ਚੌਥੀ ਲਗਾਈ, ਕੋਈ ਫਰਕ ਨਹੀਂ ਹੈ। ਪੰਜਵੀਂ ਲਗਾਈ, 6ਵੀਂ ਲਗਾਈ, ਕੋਈ ਫਰਕ ਨਹੀਂ ਹੈ। ਹੁਣ ਬਾਹਰੋਂ ਆਵਾਜ਼ਾਂ ਆਉਂਦੀਆਂ, ਵਿਸ਼ਵਾਸ ਹੈ ਨਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹੁਣ ਨੈਮਾਨ ਕੋੜੀ ਦਾ ਵਿਸ਼ਵਾਸ ਕਿੰਨੇ ਬਣਾਇਆ? ਧਿਆਨ ਨਾਲ ਸੁਣਿਓ। ਹਾਂਜੀ, ਨੌਕਰ ਨੇ ਜਿਹੜਾ ਨਾਲ ਚਾਕਰ ਸੀ, ਸੂਬੇਦਾਰ ਉਹਦਾ ਇੱਕ ਪਲਟਨ ਦਾ, ਉਹ ਇਹਦਾ ਚਾਕਰ ਸੀ ਇੱਕ। ਜਦੋਂ ਰੇੜਾ ਗੱਡਾ ਲੈ ਕੇ, ਰੱਥ ਲੈ ਕੇ ਜਾ ਰਿਹਾ ਆ, ਬੜੀ ਤੇਜ਼, ਬੜੇ ਗੁੱਸੇ ਵਿੱਚ। ਧਿਆਨ ਨਾਲ ਸੁਣਿਓ। ਮੈਂ ਤੇ ਬੜਾ ਧਨ ਦੌਲਤ ਲੈ ਕੇ ਆਇਆ ਸੀ ਕਿ ਜਦ ਮੈਂ ਚੰਗਾ ਹੋਵਾਂਗਾ ਤੇ ਖੁਦਾ ਦੇ ਜਨ ਅਲੀਸਾ ਨੂੰ ਦੇ ਕੇ ਆਵਾਂਗਾ। ਉਹ ਵੀ ਨਾਲ ਹੀ ਵਾਪਸ ਲੈ ਕੇ ਆ ਰਿਹਾ, ਦੇ ਥੋੜਾ ਹੋਣਾ ਹੀ। ਹਲੋ, ਉਹ ਵੀ ਨਾਲ ਹੀ ਵਾਪਸ ਲੈ ਕੇ ਆ ਰਿਹਾ। ਧਿਆਨ ਨਾਲ ਸੁਣਿਓ। ਚਲਦੇ ਚਲਦੇ ਇੱਕ ਚਾਕਰ ਨੇ ਕਹਿ ਦਿੱਤਾ, ਸਵਾਮੀ, ਜੇ ਨਬੀ ਕੋਈ ਵੱਡਾ ਕੰਮ ਕਰਨ ਵਾਸਤੇ ਕਹਿ ਦਿੰਦਾ ਤਾਂ ਵੀ ਤਾਂ ਜਦੋਂ ਜਰਦਨ ਦੇ ਵਿੱਚ 7 ਚੁੰਬੀਆਂ ਕਿਹਾ ਵਾ ਤਾਂ। ਹਾਲੇਲੂਇਆ, 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 ਹਾਲੇਲੂਇਆ। ਆਓ ਮੰਨ ਕੇ ਦੇਖੋ ਕਹਿਣਾ। ਫਿਰ ਚਾਕਰ ਦੇ ਕਹੇ ਨਾਲ ਹੰਬਲ ਹੋਇਆ। ਹੁਣ ਉਹਨੇ ਰੱਥ ਮੋੜ ਲਿਆ ਜਰਦਨ ਵੱਲ, ਚਲਾ ਗਿਆ ਜਰਦਨ ਵਿੱਚ। 6ਵੀਂ ਚੁੰਬੀ ਤੇ ਅਸੀਂ ਆ ਗਏ। ਹੁਣ ਲੈ ਕੇ ਕੌਣ ਆਇਆ ਸੀ? ਚਾਕਰ। ਕੀ ਕਹਿੰਦਾ ਚਾਕਰ ਨੂੰ? 6 ਲਗਾ ਲਈਆਂ ਹੀ, ਕੋਈ ਫਰਕ ਨਹੀਂ। ਚਾਕਰ ਕੀ ਕਹਿੰਦਾ? ਨਬੀ ਨੇ 7 ਕਿਹਾ। ਜਦੋਂ ਹੀ 7ਵੀਂ ਚੁੰਬੀ ਲਗਾਈ, ਸਰੀਰ ਬਦਲ ਗਿਆ। ਹਾਲੇਲੂਇਆ, ਹਾਲੇਲੂਇਆ, ਆਮੀਨਿਆ। ਉਹਦਾ ਸਰੀਰ ਕਦੋਂ ਬਦਲਿਆ? ਜਦ ਬੋਲੇ ਹੋਏ ਵਚਨ ਨੂੰ ਪੂਰਾ ਕੀਤਾ ਹੈ। ਸਾਡੇ ਸਰੀਰ ਕਦੋਂ ਬਦਲਣਗੇ? ਜਦੋਂ ਖੁਦਾ ਦੇ
ਬੋਲੇ ਹੋਏ ਵਚਨ ਨੂੰ ਪੂਰਾ ਕੀਤਾ ਜਾਏ। ਚਾਹੁੰਦੇ ਹਾਂ ਸਰੀਰ ਬਦਲ ਜਾਣ ਤੇ ਰੈਪਚਰ ਚਲੇ ਜਾਈਏ, Yes. ਵਚਨਾਂ ਨੂੰ ਪੂਰਾ ਕਰੋ। ਆਮੀਨ, ਹਾਲੇਲੂਇਆ, ਹਾਲੇਲੂਇਆ। ਤਾਂ ਯਿਸੂ ਮਸੀਹ ਨੇ ਆਖਿਆ ਤੁਹਾਡਾ ਮਨ ਵਿਆਕੁਲ ਨਾ ਹੋ। ਹਾਂਜੀ ਪੜ੍ਹੀਏ, ਅੱਗੇ ਚੱਲਦੇ ਹਾਂ, ਪੜ੍ਹੀਏ ਜਿੱਥੇ ਅਸੀਂ ਰੁਕੇ ਹੋਏ ਹਾਂ। ਅਸੀਂ ਮਰਕੁਸ 5 ਵਿੱਚ ਹਾਂ। ਅਤੇ ਉਵੇਂ ਉਸ ਦੇ ਲਹੂ ਦਾ ਬਹਾਅ ਸੁੱਕ ਗਿਆ। ਇਸ ਔਰਤ ਨੇ ਇਹ ਵਿਸ਼ਵਾਸ ਕੀਤਾ ਕਿ ਜਾ ਕੇ ਮੈਂ ਯਿਸੂ ਮਸੀਹ ਦੇ ਕੱਪੜੇ ਨੂੰ ਹੀ ਛੂਹ ਲਵਾਂਗੀ ਤੇ ਮੈਂ ਕੀ ਹੋ ਜਾਵਾਂਗੀ। ਅੱਛਾ, ਕਈਆਂ ਦਾ ਵਿਸ਼ਵਾਸ ਕੀ ਸੀ, ਬਸ ਮੈਂ ਖੁਦਾ ਦੇ ਜਨ ਦਾ ਆਪਣੇ ਬੱਚੇ ਤੇ ਪਰਛਾਵਾਂ ਹੀ, ਬਿਮਾਰ ਤੇ ਪਰਛਾਵਾਂ ਹੀ ਪੈ ਜਾਵੇ ਤੇ ਕੀ ਹੋ ਜਾਵੇਗਾ, ਚੰਗਾ ਹੋ ਜਾਵੇਗਾ। ਆਮੀਨ ਆ। ਇਹਨੇ ਕੀ ਵਿਸ਼ਵਾਸ ਰੱਖਿਆ, ਮੈਂ ਜਾ ਕੇ ਉਹਦੇ ਕੱਪੜੇ ਨੂੰ ਹੀ ਛੂਹ ਲਵਾਂ। ਹਾਂਜੀ ਪੜ੍ਹੀਏ। ਔਰ ਉਹਨਾਂ ਆਪਣੇ ਸਰੀਰ ਵਿੱਚ ਮਾਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟ ਗਈ। ਹਾਂਜੀ ਛੁੱਟੀ। ਹਾਂ, ਅਤੇ ਯਿਸੂ ਨੇ ਉਸ ਉਧਰੋਂ ਵੇਲੇ- ਕੱਪੜੇ ਨੂੰ ਛੂਹ ਲਿਆ, ਉਧਰੋਂ ਨੇ ਮਨ ਵਿੱਚ ਇਦਾਂ ਦਾ ਵਿਸ਼ਵਾਸ ਕਰ ਲਿਆ ਕਿ ਮੈਂ ਹੁਣ ਇਸ ਬਲਾ ਤੋਂ ਛੁੱਟ ਗਈ, ਮੈਂ ਚੰਗੀ ਹੋ ਗਈ। ਹਾਂਜੀ ਪੜ੍ਹੀਏ। ਅਤੇ ਯਿਸੂ ਨੇ ਉਸੇ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਉਸ ਪੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹਨੇ ਛੋਇਆ। ਜੀ। ਉਹਦੇ ਚੇਲੇ ਨੇ ਉਹਨੂੰ ਆਖਿਆ, ਤੂੰ ਵੇਖਦਾ ਹੈ ਭਈ ਜੋ ਲੋਕ ਤੈਨੂੰ ਦਬਾਉਂਦੇ ਹਨ, ਫਿਰ ਤੂੰ ਕਹਿੰਦਾ ਹੈ ਮੈਨੂੰ ਕਿਹਨੇ ਛੋਇਆ। ਜੀ। ਉਹਨੇ ਇੱਧਰ ਉੱਧਰ ਨਜ਼ਰ ਮਾਰੀ, ਜੀ। ਇਸ ਕੰਮ ਦੇ ਕਰਨ ਵਾਲੀ ਨੂੰ ਵੇਖੇ। ਜੀ। ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹਦੇ ਚਰਨਾਂ ਉੱਤੇ ਡਿੱਗ ਕੇ ਤਾਂ ਸਾਰੀ ਹਕੀਕਤ ਉਹਨੂੰ ਦੱਸ ਦਿੱਤੀ। ਜੀ। ਤਾਂ ਉਹਨੇ ਉਸ ਨੂੰ ਆਖਿਆ, ਹੇ ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਹ ਕਿ ਮੈਂ ਬੜੇ ਯਤਨ ਨਾਲ ਤੈਨੂੰ ਚੰਗਾ ਕੀਤਾ, ਮੈਂ ਬੜੀ ਕੋਸ਼ਿਸ਼ ਨਾਲ ਤੈਨੂੰ ਚੰਗਾ ਕੀਤਾ, ਮੈਂ ਬੜੇ ਬੜੇ ਰੋਜੇ ਰੱਖ ਕੇ ਤੈਨੂੰ ਚੰਗਾ ਕੀਤਾ। ਹਾਂਜੀ ਮੇਰੇ ਨਾਲ ਹੋ। ਕਹਿੰਦਾ ਤੇਰੀ ਨਿਹਚਾ ਨੇ ਤੈਨੂੰ, ਤੇਰੀ ਨਿਹਚਾ ਨੇ ਤੈਨੂੰ, ਤੇਰਾ ਨਿਹਚਾ ਸੀ ਕਿ ਮੈਂ ਕੱਪੜੇ ਨੂੰ ਜਾ ਕੇ ਸੂ ਕੇ ਚੰਗੀ ਹੋ ਜਾਵਾਂਗੀ, ਭਈ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ। ਹਾਲੇਲੂਇਆ। ਹਾਲੇਲੂਇਆ। ਮੱਤੀ 8 ਵਿੱਚ ਇੱਕ ਕੋੜੀ ਆਇਆ, ਯਿਸੂ ਮਸੀਹ ਨੂੰ ਕਹਿੰਦਾ, ਪ੍ਰਭੂ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ, ਜੇ ਤੂੰ ਚਾਹੇ। ਆਮੀਨ। ਜੇ ਤੂੰ ਚਾਹੇ, ਮੇਰਾ ਤੇ ਵਿਸ਼ਵਾਸ ਹੈ ਵੀ ਤੂੰ ਚੰਗਾ ਕਰ ਸਕਦਾ, ਪਰ ਜੇ ਤੂੰ ਚਾਹੇ। ਆਮੀਨ ਆ। ਹਾਲੇਲੂਇਆ। ਪ੍ਰਭੂ ਸਾਰਿਆਂ ਨੂੰ ਬਰਕਤ ਦੇਵੇ। ਮੇਰੀਓ ਭੈਣੋ, ਮੇਰੇ ਭਰਾਓ, ਵਿਸ਼ਵਾਸ ਦਾ ਟੌਪਿਕ ਹੈ, ਇਸ ਲਈ ਕਈ ਲੋਕਾਂ ਦਾ ਕਿਸੇ ਤੇ ਵਿਸ਼ਵਾਸ ਹੈ, ਕਿਸੇ ਦਾ ਕਿਸੇ ਤੇ ਵਿਸ਼ਵਾਸ ਹੈ, ਕਿਸੇ ਦਾ ਕਿਸੇ ਤੇ ਵਿਸ਼ਵਾਸ ਹੈ। ਇਸ ਕਰਕੇ ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਕੀ ਕਰ ਦਿੰਦਾ ਆ, ਚੰਗਾ ਕਰ ਦਿੰਦਾ। ਆਮੀਨ, ਆਮੀਨ, ਹਾਲੇਲੂਇਆ। ਕਈਆਂ ਦਾ ਵਿਸ਼ਵਾਸ ਕਿਸੇ ਤੇ ਹੁੰਦਾ ਤੇ ਕੋਈ ਕਹਿ ਦਿੰਦਾ ਫਲਾਣਾ ਡਾਕਟਰ ਬੜਾ, ਚਲੋ ਉਹਦੇ ਕੋਲ ਵੀ ਜਾ ਕੇ ਵੇਖ ਲੈਂਦੇ। ਜੇ ਹੁਣ ਜੇ ਨੇ ਨਹੀਂ ਕੁਝ ਕਰਨ ਦੇਣਾ। ਪ੍ਰਭੂ ਬਰਕਤ ਦੇ। ਇਸ ਲਈ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਵਾ। ਖਾਸ ਕਰਕੇ ਮੇਰਾ ਮੇਨ ਟੌਪਿਕ ਹੈ ਕਿ ਪ੍ਰਭੂ ਉੱਤੇ ਵਿਸ਼ਵਾਸ ਕਰਨਾ ਤੇ ਉਹਦੇ ਭੇਜੇ ਹੋਏ ਉੱਤੇ, ਹਾਂਜੀ, ਵਿਸ਼ਵਾਸ ਕਰਨਾ। ਤੁਮ ਲਾਸਟ ਜੋ ਇਹ ਸ਼ੁਰੂ ਕੀਤਾ ਸੀਗਾ, ਤੁਹਾਡਾ ਮਨ ਵਿਆਕੁਲ ਨਾ ਹੋ, तुम खुदा पर विश्वास रखते हो, मुझ पर भी विश्वास रखो। ਉਹ ਖੁਦਾ ਉਤੇ ਵਿਸ਼ਵਾਸ ਕਰਦੇ ਹੋ, ਉਹਦੇ ਕੱਲੇ ਹੋਏ ਉਤੇ ਵੀ, ਹਾਂਜੀ, ਉਹਦੇ ਕੱਲੇ ਹੋਏ ਉਤੇ ਵੀ ਵਿਸ਼ਵਾਸ ਕਰੋ, ਤਾਂ ਜਾ ਕੇ ਮਰਾ। ਆਓ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਨੂੰ ਝੁਕਾਉਂਦੇ ਹਾਂ, ਦੁਆ ਕਰ, ਆਸ਼ੀਸ਼ ਨਾਲ ਮਿਲ ਕੇ ਦੁਆ। ਮਿਹਰਬਾਨ ਸਵਰਗੀ ਪਿਤਾ ਪ੍ਰਭੂ ਯਿਸੂ ਮਸੀਹ, ਧਰਤੀ ਦੇ ਕਾਜ ਦੇ ਮਾਲਕ ਪ੍ਰਭੂ ਜੀ, ਇੱਕ ਵਾਰ ਫਿਰ ਪ੍ਰਭੂ ਤੂੰ ਹਫ਼ਤੇ ਦੇ ਪਹਿਲੇ ਦਿਨ ਸਾਨੂੰ ਆਪਣੀ ਹਜ਼ੂਰੀ ਵਿੱਚ ਇਕੱਠੇ ਕੀਤਾ ਪ੍ਰਭੂ। ਬਹੁਤ ਵਧੀਆ ਪ੍ਰਚਾਰ ਪ੍ਰਭੂ ਯਿਸੂ ਮਸੀਹ, ਪ੍ਰਭੂ ਸਾਡੀ ਉਤਰੀ ਬਿਹਤਰੀ ਤਰੱਕੀ ਨਹੀਂ ਸੀ ਪ੍ਰਭੂ ਯਿਸੂ ਮਸੀਹ, ਇਸ ਅੱਛੇ ਮੰਨੇ ਲਈ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ ਸਾਡੇ ਸਵਰਗੀ ਪਿਤਾ ਪ੍ਰਭੂ ਯਿਸੂ ਮਸੀਹ। ਤੂੰ ਪ੍ਰਭੂ ਯਿਸੂ ਮਸੀਹ ਅੱਜ ਸਾਨੂੰ ਬਹੁਤ ਵਧੀਆ ਸਿਖਾਇਆ ਪ੍ਰਭੂ, ਸਾਡਾ ਹੋਰ ਵਿਸ਼ਵਾਸ ਦ੍ਰਿੜ ਹੋਣਾ ਚਾਹੀਦਾ ਪ੍ਰਭੂ ਯਿਸੂ ਮਸੀਹ। तेरा धन्यवाद, तेरा शुक्र करते हैं स्वर्गीय पिता प्रभु। प्रभु आज जिन्हें भाइयों भैनों ने प्रचार सुनिया प्रभु, ये 100-160 गुना प्रभु
फलदार होवे प्रभु यीशु मसीह। तेरा धन्यवाद, तेरा शुक्र करते हैं प्रभु यीशु मसीह। प्रभु तू पूरी मीटिंग में साडी मदद ते सहायता की, तेरा धन्यवाद, तेरा शुक्र करते हैं प्रभु यीशु मसीह।